ਤੂੰ ਕਿਹੜਿਆਂ ਰੰਗਾਂ ਦੇ ਵਿੱਚ ਖੇਡਣ, ਕਿਹੜਿਆਂ ਰੰਗਾਂ ਦੇ ਵਿੱਚ ਖੇਡਣ, ਮੈਂ ਕੀ ਜਾਣਾ ਤੇਰੀ ਸ਼ਾਰ ਨੂੰ ਦਾਤਾ। ਕਿਹੜਿਆਂ ਰੰਗਾਂ ਦੇ ਵਿੱਚ ਖੇਡਣ, ਮੈਂ ਕੀ ਜਾਣਾ ਤੇਰੀ ਸ਼ਾਰ ਨੂੰ। ਜਾਣਾ ਤੇਰੀ ਹਾਰ ਦਾਤਾ। ਕਿਹੜਿਆਂ ਰੰਗਾਂ ਦੇ ਵਿੱਚ ਖੇਡਣਾ, ਮੈਂ ਕੀ ਜਾਣਾ ਤੇਰੀ ਹਾਰ। ਦਾਤਾ ਕਿਹੜਿਆਂ ਰੰਗਾਂ ਦੇ ਵਿੱਚ ਖੇਡਣਾ, ਮੈਂ ਕੀ ਜਾਣਾ ਤੇਰੀ ਹਾਰ। ਦਾਤਾ ਕਿਹੜਿਆਂ ਰੰਗਾਂ ਦੇ ਵਿੱਚ ਕਿਹੜਿਆਂ ਰੰਗਾਂ ਦੇ ਵਿੱਚ ਖੇਡਣਾ, ਰੰਗਾਂ ਦੇ ਵਿੱਚ ਖੇਡਣਾ, ਮੈਂ ਕੀ ਜਾਣਾ ਤੇਰੀ ਸ਼ਾਰ ਨੂੰ ਦਾਤਾ। ਕਿਹੜਿਆਂ ਰੰਗਾਂ ਦੇ ਵਿੱਚ ਖੇਡਣਾ, ਰੰਗਾਂ ਦੇ ਵਿੱਚ ਖੇਡਣਾ, ਮੈਂ ਕੀ ਜਾਣਾ ਤੇਰੀ ਸ਼ਾਰ ਨੂੰ। ਕਿਹੜਿਆਂ ਰੰਗਾਂ ਦੇ ਵਿੱਚ ਖੇਡਣਾ, ਮੈਂ ਕੀ ਜਾਣਾ ਤੇਰੀ ਹਾਰ। ਦਾਤਾ ਕਿਹੜਿਆਂ ਰੰਗਾਂ ਦੇ ਵਿੱਚ ਖੇਡਣਾ, ਮੈਂ ਕੀ ਜਾਣਾ ਤੇਰੀ ਹਾਰ। ਦਾਤਾ ਕਿਹੜਿਆਂ ਰੰਗਾਂ ਦੇ ਵਿੱਚ ਖੇਡਣਾ, ਮੈਂ ਕੀ ਜਾਣਾ ਤੇਰੀ ਹਾਰ। ਦਾਤਾ ਕਿਹੜਿਆਂ ਰੰਗਾਂ ਦੇ ਵਿੱਚ ਖੇਡਣਾ, ਮੈਂ ਕੀ ਜਾਣਾ ਤੇਰੀ ਹਾਰ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ,
गल चंगी। मैं नहीं प्रभ सब किश तेरा, मैं नहीं प्रभ सब किश तेरा। ईगै निर्गुण उगै सरगुण, केल करत बिच स्वामी मेरा। नगर में आप बाहर गुण आप, प्रभ मेरे को सगल बसेरा। आप ही राजन आप ही राया, कह कह ठाकुर कह कह तेरा। आपको दुराव का सो बलवंता, जय जय पीठों तह तह मेरा। साधुत गुर भेजिया, नानक बिन सागर बूंद नहीं अनहेरा। सरगुण निर्गुण रंकार, सुन समाधि आप। आपन किया नानका, आपे ही फिर जाप। गुरु प्यारे साध संगत जीओ, आओ समाई पाई खंडा ब्रह्मंडा दे मालक ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਈਏ, ਫਤਿਹ ਦਾ ਸਿਮਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਟਰਸਟ ਵੱਲੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇਸ ਸਾਲ 2 ਦਿਨ ਦੇ ਸਾਲਾਨਾ ਗੁਰਮਤਿ ਸਮਾਗਮ ਰੱਖੇ ਗਏ। ਅੱਜ ਆਪਾਂ ਆਖਰੀ ਤੇ ਦੂਸਰੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਹਾਂ। ਇਹਨਾਂ ਸਮਾਗਮਾਂ ਦੇ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਗੱਦੀ ਦਿਵਸ, ਇਸ ਕਰਕੇ ਕਿ ਜਿਨ੍ਹਾਂ ਪਿਆਰਿਆਂ ਮਹਾਂਪੁਰਸ਼ਾਂ ਦੀਆਂ ਯਾਦਾਂ ਮਨਾ ਰਹੇ ਹਾਂ, ਉਹਨਾਂ ਸਾਰਾ ਜੀਵਨ ਹੀ ਸ਼ਬਦ ਗੁਰੂ ਨਾਲ ਜੋੜਿਆ। ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗੁਰਗੱਦੀ ਦਿਵਸ, ਰਤਵਾੜਾ ਸਾਹਿਬ ਵਾਲੇ ਪਿਆਰੇ ਮਹਾਂਪੁਰਸ਼ਾਂ ਦੀ ਮਿੱਠੀ ਨਿੱਘੀ ਯਾਦ, ਪਿਆਰੇ ਮਹਾਂਪੁਰਸ਼ਾਂ ਦੇ ਜੀਵਨ ਸਾਥੀ ਸਤਿਕਾਰਯੋਗ ਬੀਜੀ ਜੀ, ਉਹਨਾਂ ਦੀ ਮਿੱਠੀ ਨਿੱਘੀ ਯਾਦ ਮਨਾਈ ਜਾ ਰਹੀ ਹੈ। ਕੱਲ੍ਹ 2 ਨਵੰਬਰ ਨੂੰ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੈ ਅਤੇ ਸਵੇਰੇ ਦਾਸ ਨੇ ਕਥਾ ਵਿੱਚ ਬੇਨਤੀਆਂ ਕਰਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਨਮਸਕਾਰ ਕੀਤੀ ਹੈ। ਆਪ ਜੀ ਅੱਜ ਅੰਮ੍ਰਿਤ ਵੇਲੇ ਸਿਮਰਨ ਨਿਤਨੇਮ ਬਾਣੀਆਂ ਦੇ ਪਾਠ ਸਰਵਣ ਕੀਤੇ, ਉਪਰੰਤ ਆਸਾ ਜੀ ਦੇ ਵਾਰ ਦੇ ਕੀਰਤਨ ਆਪ ਜੀਆਂ ਨੇ ਹਰਿਮੰਦਰ ਸਾਹਿਬ ਤੋਂ ਆਏ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਕਰਨੈਲ ਸਿੰਘ ਜੀ, ਉਹਨਾਂ ਪਾਸੋਂ ਸਰਵਣ ਕੀਤਾ। ਉਪਰੰਤ ਕਥਾ, ਉਸ ਦੇ ਨਾਲ ਹੀ ਫਿਰ ਕੀਰਤਨ ਸ਼ੁਰੂ ਹੋਏ। ਰਾਗੀ ਜਥਾ ਗੁਰਦੁਆਰਾ ਸ਼ਹੀਦਾਂ, ਉਸ ਤੋਂ ਨਾਲ ਹੀ ਭਾਈ ਹਰਪ੍ਰੀਤ ਸਿੰਘ ਜੀ, ਉਹਨਾਂ ਕੀਰਤਨ ਕੀਤਾ ਹੈ। ਭਾਈ ਬਲਜੀਤ ਸਿੰਘ ਜੀ ਜੋ ਰੋਜ਼ ਸਵੇਰੇ ਸ਼ਾਮ ਇੱਥੇ ਕਥਾ ਕਰਦੇ ਹਨ, ਸਵੇਰੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਦੀ, ਸ਼ਾਮ ਨੂੰ ਗੁਰ ਇਤਿਹਾਸ ਦੀ, ਸੂਰਜ ਪ੍ਰਕਾਸ਼ ਦੀ, ਉਹਨਾਂ ਨੇ ਕੀਰਤਨ ਕੀਤਾ। ਉਹਨਾਂ ਤੋਂ ਬਾਅਦ ਭਾਈ ਹਰਪਾਲ ਸਿੰਘ ਜੀ ਸਨੇਹੀ, ਉਹਨਾਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਿਆ। ਭਾਈ ਜਸਵਿੰਦਰ ਸਿੰਘ ਕੋਲਾ ਜੀ, ਬਾਬਾ ਗੁਰਪਾਲ ਸਿੰਘ ਜੀ, ਉਹਨਾਂ ਨੇ ਵੀ ਕਥਾ ਕੀਰਤਨ ਗੁਰਮਤਿ ਵਿਚਾਰਾਂ ਰਾਹੀਂ ਹਾਜ਼ਰੀ ਭਰੀ ਹੈ, ਸੰਗਤਾਂ ਨੂੰ ਨਿਹਾਲ ਕੀਤਾ। ਬਾਬਾ ਗੁਰਦੀਪ ਸਿੰਘ ਜੀ ਗੁਰਦੁਆਰਾ ਈਸ਼ਰ ਪ੍ਰਕਾਸ਼ ਹੁਬੀਆ ਨੰਗਲ, ਉਹ ਸਰੀਰ ਪੂਰਾ ਸਾਥ ਨਾ ਦੇਣ ਕਰਕੇ ਇੱਥੇ ਸੰਗਤਾਂ ਦੇ ਦਰਸ਼ਨ ਨਹੀਂ ਕਰ ਸਕੇ।
ਪਰ ਮਨ ਸੁਰਤ ਕਰਕੇ ਉਹ ਇੱਥੇ ਹੀ ਜੁੜੇ ਹੋਏ ਹਨ ਔਰ ਉਹਨਾਂ ਦੀ ਹਾਜ਼ਰੀ ਸਾਰੀ ਸੰਗਤ ਨੇ ਪ੍ਰਵਾਨ ਕਰਨੀ ਅਤੇ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਅਤੇ ਉਹ ਜਲਦੀ ਫਿਰ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਨ। ਸਰੂਰ ਵਾਲੇ ਮਹਾਂਪੁਰਸ਼ਾਂ ਵੱਲੋਂ ਜਥੇਦਾਰ ਭਾਈ ਸੁਖਜੀਤ ਸਿੰਘ ਜੀ, ਉਹਨਾਂ ਨੇ ਕੀਰਤਨ ਰਾਹੀਂ ਨਿਹਾਲ ਕੀਤਾ। ਸ੍ਰੀ ਹਰਿਮੰਦਰ ਪਟਨਾ ਸਾਹਿਬ ਜੀ ਦੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ, ਉਹਨਾਂ ਨੇ ਗੁਰਮਤਿ ਵਿਚਾਰਾਂ ਰਾਹੀਂ ਸਾਨੂੰ ਗੁਰੂ ਸ਼ਬਦ ਨਾਲ ਜੋੜਿਆ। ਯੂਪੀ ਬਿਲਾਸਪੁਰ ਦੇ ਨੇੜੇ ਹੀ ਨਗਰ ਹੈ ਜੋ ਉਹਨਾਂ ਦਾ ਜਨਮ ਨਗਰ ਹੈ। ਬੜੀ ਛੋਟੀ ਉਮਰ ਤੋਂ ਹੀ ਮਹਾਂਪੁਰਸ਼ਾਂ ਦੇ ਕੀਰਤਨ ਸਰਵਣ ਕਰਿਆ ਕਰਦੇ। ਕੁਝ ਸਮਾਂ ਇੱਥੇ ਵੀ ਰਹੇ ਜਦੋਂ ਮਹਾਂਪੁਰਸ਼ਾਂ ਦੇ ਦੀਵਾਨ ਇਸ ਇਲਾਕੇ ਵਿੱਚ ਲੱਗਦੇ ਸੀ ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਅੱਜ ਬਹੁਤ ਵੱਡੀ ਸੇਵਾ ਸ੍ਰੀ ਪਟਨਾ ਸਾਹਿਬ ਦੀ ਉਹਨਾਂ ਨੂੰ ਬਖਸ਼ਿਸ਼ ਹੋਈ ਹੈ। ਉਹਨਾਂ ਦੇ ਅੰਦਰ ਮਹਾਂਪੁਰਸ਼ਾਂ ਦਾ ਇਹ ਸੰਗਤ ਦਾ ਸਤਿਕਾਰ ਬਹੁਤ ਹੈ ਔਰ ਉਹਨਾਂ ਨੇ ਆਪਣੇ ਬਚਨਾਂ ਰਾਹੀਂ ਨਮਸਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਰਦਿਆਂ ਹੋਇਆਂ ਦੱਸਿਆ ਕਿ ਕਿਵੇਂ ਮਹਾਂਪੁਰਸ਼ਾਂ ਦਾ ਪਿਆਰ ਉਹਨਾਂ ਨੇ ਪ੍ਰਾਪਤ ਕੀਤਾ ਬਚਪਨ ਵਿੱਚ, ਕਿਉਂਕਿ ਦਾਸ ਨੇ ਵੀ ਦੇਖਿਆ ਉਹਨਾਂ ਦੀ ਛੋਟੀ ਉਮਰ ਬਾਣੀ ਬੜੀ ਯਾਦ ਸੀ ਅਤੇ ਘਰ ਤੋਂ ਦੌੜੇ ਆਉਣਾ, ਦੀਵਾਨਾਂ 'ਤੇ ਜਾਣਾ ਅਤੇ ਸੁਭਾਅ ਵੀ ਹਸਮੁਖਾ ਅਤੇ ਫਿਰ ਸਹਿਜੇ ਸਹਿਜੇ ਸਤਿਗੁਰ ਦੀ ਆ ਕਿਰਪਾ ਬਖਸ਼ਿਸ਼ ਹੋਈ ਹੈ ਜੋ ਇੱਕ ਵੱਡੀ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੀ ਸੇਵਾ ਉਹਨਾਂ ਨੂੰ ਮਿਲੀ ਹੈ। ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ, ਉਹਨਾਂ ਤੋਂ ਬਾਅਦ ਸਤਿਕਾਰਯੋਗ ਬਾਬਾ ਹਰਪਾਲ ਸਿੰਘ ਜੀ, ਜਿਨ੍ਹਾਂ ਨੇ ਆਪਣਾ ਜੀਵਨ ਸਾਰਾ ਗੁਰੂ ਨੂੰ ਦਿੱਤਾ ਹੋਇਆ, ਇਸ ਸਥਾਨ 'ਤੇ ਰਹਿ ਕੇ ਸੇਵਾ ਸੰਭਾਲ ਕਰਦੇ ਹੈ। ਦੂਰ ਨੇੜੇ ਬਾਹਰਲੇ ਦੇਸ਼ਾਂ 'ਚ ਜਾ ਕੇ ਵੀ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਜੋੜਦੇ ਨੇ। ਉਹਨਾਂ ਨੇ ਕਥਾ ਕੀਰਤਨ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਦੀਆਂ ਝੋਲੀਆਂ ਭਰੀਆਂ ਹਨ। ਭਾਈ ਇੰਦਰਜੀਤ ਸਿੰਘ ਜੀ ਰੰਧਾਵਾ, ਜਿਨ੍ਹਾਂ ਦੇ ਪਿਤਾ ਬਾਪੂ ਸੰਤੋਖ ਸਿੰਘ ਜੀ ਦਾ ਮਹਾਂਪੁਰਸ਼ਾਂ ਨਾਲ ਕਿੰਨਾ ਪਿਆਰ ਸੀ, ਭਰਾਵਾਂ ਵਾਂਗੂ, ਅਤੇ ਉਹ ਪਰਿਵਾਰ ਉਸ ਵੇਲੇ ਤੋਂ ਜੁੜਿਆ ਹੋਇਆ ਅਤੇ ਇੱਥੇ ਜੋ ਗੁਰੂ ਦੀ ਕਿਰਪਾ ਨਾਲ ਮਹਾਂਪੁਰਸ਼ਾਂ ਦੀਆਂ ਕਮਾਈਆਂ ਹਨ, ਸਕੂਲ ਕਾਲਜ ਅਤੇ ਹੋਰ ਅਦਾਰੇ ਚੱਲ ਰਹੇ ਨੇ। ਮਹਾਂਪੁਰਸ਼ਾਂ ਦੇ ਵੱਡੇ ਸਪੁੱਤ ਭਾਜੀ ਮਨਜੀਤ ਸਿੰਘ ਜੀ ਅਤੇ ਭਾਈ ਇੰਦਰਜੀਤ ਸਿੰਘ ਜੀ ਰੰਧਾਵਾ, ਇਹਨਾਂ ਦੀ ਕਾਲਜਾਂ ਦੇ ਉੱਤੇ ਡਿਊਟੀ ਹੈ, ਜ਼ਿੰਮੇਵਾਰੀ ਹੈ ਬਾਕੀਆਂ ਨੂੰ ਨਾਲ ਲੈ ਕੇ, ਤਾਂ ਕਿ ਅੱਗੇ ਤੋਂ ਅੱਗੇ ਹੋਰ, ਜਿਵੇਂ ਹੁਣ ਪਹਿਲਾਂ ਬੀਐਡ ਕਾਲਜ ਸੀ, ਨਰਸਿੰਗ ਕਾਲਜ ਸੀ, ਇੱਥੇ ਬਸ ਨਹੀਂ, ਹੋਰ ਕੋਰਸ ਲਿਆ ਰਹੇ ਨੇ, ਲੱਗੇ ਹੋਏ ਨੇ। ਬੱਚੀਆਂ ਦਾ, ਲੜਕੀਆਂ ਦਾ ਹੋਸਟਲ ਹੈ। ਬਹੁਤ ਸਾਰੀਆਂ ਸਾਡੀਆਂ ਬੱਚੀਆਂ ਕੋਈ ਮਾਝੇ ਤੋਂ, ਮਾਲਵੇ ਤੋਂ, ਯੂਪੀ ਤੋਂ, ਦਿੱਲੀ ਤੋਂ ਜਾਂ ਹੋਰ ਸਟੇਟਾਂ ਤੋਂ ਇੱਥੇ ਆ ਕੇ ਰਹਿੰਦੇ ਹੈ। ਅਤੇ ਇਹ ਜਿਹੜਾ ਸਥਾਨ ਹੈ ਸਾਧ ਸੰਗਤ ਜੀ, ਮਹਾਂਪੁਰਸ਼ਾਂ ਵੱਲੋਂ ਗੁਰਮਤਿ ਪ੍ਰਚਾਰ ਦਾ ਕੇਂਦਰ ਬਣਾਇਆ ਗਿਆ ਹੈ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਪਾਰ ਕਿਰਪਾ ਹੈ। ਉਹਨਾਂ ਬੱਚਿਆਂ ਨੂੰ, ਲੜਕਿਆਂ ਨੂੰ ਜੋ ਸਾਰਾ ਲੰਗਰ ਹੈ ਉਹ ਇਸ ਸਥਾਨ ਵੱਲੋਂ ਹੀ ਸੇਵਾ ਹੁੰਦੀ ਹੈ। ਬਹੁਤ ਘੱਟ ਫੀਸਾਂ, ਬੜੇ ਘੱਟ ਖਰਚੇ ਹਨ, ਤਾਂ ਕਿ ਇਹ ਸਾਡੀਆਂ ਬੱਚੀਆਂ ਚੰਗੀਆਂ ਪੜ੍ਹਾਈਆਂ ਕਰਨ ਅਤੇ ਗੁਰਸਿੱਖੀ ਨਾਲ ਵੀ ਜੁੜੀਆਂ ਰਹਿਣ। ਸੋ ਉਹਨਾਂ ਦਾ ਹੋਸਟਲ ਜਿਹੜਾ ਹੈ ਉਹ ਅਲੱਗ ਉੱਥੇ ਬਣਾਇਆ ਹੋਇਆ। ਸੋ ਉਹਦੇ ਬਾਰੇ ਸਾਰਾ ਭਾਈ ਇੰਦਰਜੀਤ ਸਿੰਘ ਜੀ ਨੇ ਆਪ ਜੀ ਨੂੰ ਸਰਵਣ ਕਰਾਇਆ। ਹੁਣੇ ਬੀਬੀ ਚਾਲ, ਉਹਨਾਂ ਨੇ ਵੀ ਹਾਜ਼ਰੀ ਭਰੀ ਹੈ। ਮਹਾਂਪੁਰਸ਼ਾਂ ਦੇ ਸਮੇਂ ਤੋਂ ਹੀ, ਬਚਪਨ ਤੋਂ ਜੁੜੇ ਹੋਏ ਨੇ। ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ, ਆਪ ਜੀ ਨੇ ਦਾਸ ਤੋਂ ਪਹਿਲਾਂ ਬਾਬਾ ਹਰਪਾਲ ਸਿੰਘ ਜੀ ਪਾਸੋਂ ਸਰਵਣ ਕੀਤਾ ਹੀ ਹੈ ਕਿ ਪਿਆਰੇ ਮਹਾਂਪੁਰਸ਼ ਸਬਜੈਕਟ ਦਿਆ ਕਰਦੇ, ਜਿਨ੍ਹਾਂ ਦੇ ਵਿੱਚ ਵੈਸੇ ਤਾਂ ਸਾਰੇ ਹੀ ਚੰਗੇ ਹਨ ਮਹਾਂਪੁਰਸ਼,
पर कुछ ऐसे महापुरुष जिवें रंधावे वाले तो कहना कि उन्होंने कोई भी सिफत दे दो, बहुत देर तो जुड़े हुए तो अज भी उस तरह ही इस स्थान नाल संगतां नाल प्यार है। तो दास दे नाल ते जिहड़ा इन्हां दा प्यार सत्कार है साध संगत वो दस्या नहीं जाता। सो आप जी ने सरवण किया ही है कि थोड़ा समा पहला जो दास ते भाई सतसरूप सिंह दे उत्ते समा आया सी, धन गुरु ग्रंथ साहिब महाराज ने किरपा की, महापुरुषां संगतां दीयां अरदासां जिहदे करके वो जीवन दोबारा मिलिया। क्योंकि 18 अगस्त नूं सवेरे जद असीं मंदाता पहुँचे सी ते 19-20-21 अगस्त का जिहड़ा दिन सी ना, जे एवं कह दिए भी डॉक्टर ने भी हाथ खड़े कर दिते सन भी जे तुसीं कुछ करना है तो कर लो। पर सतगुर सच्चे पातशाह जी की रहमत हुई है तो गुरु ने किरपा की है तो सारे महापुरुषों ते संगतां ने कित्थे कित्थे किते अखंड पाठ साहिब, कित्थे सहज पाठ, कित्थे मूल मंत्र गुर मंत्र, केवल पंजाब या इंडिया में नहीं बाहरले देशों तक संगतां ने अरदास की है तो सतगुर की किरपा हुई है। तुहाडीआं अरदासां करके ही ये जीवन मिलिया। सो महापुरुषों का एक वचन अमोलक आप जी ने सरवण किया। दास अपनी कथा कीर्तन विचार तो पहला कुछ जरूरी बेनतियां करना चाहुंदा है कि अखीर ते फिर शब्द दे नाल ही संपूर्णता होवे। सारिਆਂ ने सरवण करना। ये जो इत्थे अदारे चल रहे हैं ये गुरु ग्रंथ साहिब की किरपा ते महापुरुषों दीयां कमाईयां हैं। साध संगत समूह संगत का सहयोग है। इत्थे स्कूल चल रहे हैं जिथे नाल गुरबाणी भी बच्चों को पढ़ाई जाती है। अरदास हो के जपजी साहिब सारे पढ़ते हैं, फिर क्लासां शुरू होंदियां ने। बड़े रिजल्ट वधिया आ रहे हैं। कालज चल रहे हैं गुरु की कृपा नाल। आत्म मार्ग मैं जीन है जिहदे बारे बाबा हरपाल सिंह जी ने भी बेनती की है कि सारे लोग पढ़ो। दास बार बार बेनती करता है कि जिन्हां कोल आत्म मार्ग जाता है वो 15 दिन विच पढ़ के अगों किसी नूं दे देण, दूसरी बार किसी नूं, तीसरी बार होर किसी नूं। एक वचन अमोलक है उहदे विच ते ये किसी प्रॉफिट वास्ते नहीं, गुरमत प्रचार वास्ते है। तो जो महापुरुषों ने धन गुरु ग्रंथ साहिब महाराज की बाणी का टीका किया है रंधावे वालियां ने, वो भी बचन में आउंदे आ। प्यारे महापुरुषों के बचन, होर महापुरुषों के बचन जिहड़े ने वो आउंदे ने ताकि सानू रूहानी सेहत जिहड़ी है वो मिल सके। 25 तो लैके 30 पन्ने आत्म मारदे अपने रतवाड़ा साढ़े महापुरुषों के हैं। वो पढ़िया करो। हर नाम की जुगती रूहानी विचारां, गुरमत विचारां उहदे विच हुंदियां ने। ते वो बाहर दे प्रेमी USA के डॉक्टर जी पिछले साल आए सन, उन्होंने सेवा लई है तो बाकी 300 रुपए की बजाय 100 रुपए विच मैंबर बनाया जाता है ताकि हर किसी को पहुँचे। जिन्नियां भी पुस्तकां हैं 45-50 पुस्तकां वो भी अद्धी भेटा ते दित्तियां जा रही ने। आप पढ़ो, दूसरों को पढ़ाने की कोशिश करो ताकि आप भी जुड़िए, दूसरों को भी जोड़िए। हर पहले ऐतवार नूं इस स्थान पर अमृत संचार होंदा है। हर पहला ऐतवार जिहड़ा किसी भी माई भाई ने किते अगों पिछों अमृत छकना होवे, हर पहले ऐतवार नूं आप जी इत्थे 12 वजे तो पहला पहुँचण की खेचल करो। एक बेनती के असी देखने अजकल आ कैमरे बड़े चलते हैं तो बहुत सारे प्रेमी जिस वे फिल्म बनाते हैं वो गुरु ग्रंथ साहिब पिठ भी कर लेंगे।
मेरी बेनती है हथ जोड़ के कि अज की गल नहीं, हर थां कि गुरु ग्रंथ साहिब वाल पिठ नहीं करनी, खास करके शादियां ते जिहड़ी मैं बेनती तुहाडे नाल जरूरी करनी है। आनंद कारजां ते दास कई गुरसिख परिवार हुंदे आ ते जाईदा है, ते अजकल तुहानूं पता है कि 5-7 लड़की दे परिवार वाले ते 5-7 दूजे क्यों नहीं आउंदे? क्योंकि उत्थे पढ़ी जानी बाणी उन्हें सुननी नहीं। जे बाणी सुन ली तो दुख रोज संताप तेरे सुनी सच्ची बाणी। ये देख लो कि जिसले बरात तैयार होंदी है कल्ले कल्ले फोटो लवाउंदे, कल्ले कल्ले 2, 2.5, 3 घंटे लग जाते हैं कल्ले कल्ले दी फोटो। तो बरातां किन्नियां होंदियां? फिर जी गड्डियां भी उही, जे नोवा तो नोवा, फॉर्चूनर सारियां फॉर्चूनर, रंग काला तो काला, चिट्टा तो चिट्टा। लै आ मैच देख लो नवां। एक तो ड्राइवरां दी बरात हो गई, एक बैंड बाजे वाले की बरात हो गई, एक कैमरे वाले की बरात हो गई। 15-15 जाने होंदे, 15-15 जाने। तो वो जदों गुरुद्वारा साहब भी होणगे ना लावां, नट्ठे फिरदे जिवें कौडी खेडण रहे। मैं पहला ही कहता, मैं कहा गल सुनो, जिथे गया बेनती है मेरी हथ जोड़ के, गुस्सा ना करिया जे। ਉਹ ਅੱਗੋਂ ਪਿੱਛੋਂ नहीं तुसीं रखना कौडी खेडनी है। तो जो अरदास होंदी उदों 4 कैमरे खड़े ला लो, इधर से चुप करके हथ जोड़ लो, तुसीं भी, तुहाडा ही भला हो जाएगा। उदों भी मੱਠੇ फिरनगे। श्री अकाल तख्त साहिब ते 5 प्यारे उन्हां चों ਸਿੰਘ आए एक जगह, कहंदे जी आ तो मैनूं गल मिल गई, मैं भी हर थां तुहाडे नाल गल करांगा ना। उस वेले असीं समझदे ही नहीं, भज्जे फिरनगे। बाद च तुसीं देखो की है, किसी का हथ किसी का पैर। उदों उन्होंने पैसे लैने होंदे आ जी, टीम है जी पूरी 15 ही जाणगे। सन 82 की गल है, दास यूपी तो आया सी ते एक प्रोग्राम सी मोहाली, ते महापुरुषों ने कहा, दास नूं हुक्म कीता कि कीर्तन तुसीं करो। मैं कीर्तन किया, आम सी अखंड पाठ साहिब दा भोग 200-250 सारी गिनती हुंदी है। ते वो जिहड़ा साउंड वाला सी ना, वो सैट 7-8 हेठां उत्ते, तो मैं देख लिया भी एको ही चलदा है, थोड़ी समान जिहा बड़ा। मैं उन्होंने पूछया भी आ की चलदा, एक सी ते आ के लिआंदा? कहंदा जी एक लिआंदा, इन्हां सिर्फ 50 रुपये देने सी। आ मेरे पुराना सैट तुहां देख लिया, ये गड्डी भर के लिआए भी बड़ा समान है जी उहदा, ते 500 लै लेना मैं। होर नाल मैग शैग होर स्टैंड पुराने। मैं तेरा चलदा ते एक आ, मैं तेरी तारां देख लियां। आंदा जी जे मेके लिया ना पैसे नहीं देने, हुण इन्हां दी गड्डी भर के आई है भी बड़ा समान आया। इस तरह कैमरे वालियां दा हाल है। एक बरात कैमरे वालियां दी, एक बरात बहरियां दी। फिर एक बरात थोड़ी हुंदी है, एक बरात 10-10 बरातां जांदियां प्यारे, 10-10 बरातां। ते फिर असीं गुरु के सिख हां। इस करके गुरमर्यादा विच आओ। थोड़ा पिछे चले जाइए, बजुर्ग जिहड़ा दसदे सी, उस वेले प्यारे अमृत वेले आसा दी वार हुंदी, सारे बाणी सरवण करते, फिर आनंद कारज हुंदे। कल मैं संत गुरबचन सिंह जी का थोड़ा जिक्र किया सी, यूपी सन वो, तो फिर महापुरुषों के दीवान विच आया करते सी। नत्थरपुर महापुरुषों के सेवक सन, तो तड़के उन्होंने 3 बजे इशनान करना डैम ते। उन्हां दीयां 3 लड़कियां मैनूं कहंदे तुहाडे कोल आनंद कारज कराउणे आ, तुहाडे कोल कराउणे। समा की रखिया उन्होंने? तड़के 2 बजे का। पहली बेटी के आनंद कारज होए भी सारी बरात पहला आसा दी वार सुनेगी, फिर आनंद कारज होणगे। फिर 2 बेटियां दी शादियां सी, एक लखनऊ तो इत्थे बिलासपुर के नाल ही इन्हां दा फार्म बरात वाली सी कांशीपुर तो। कहंदे जे 2 बजे आके आसा दी वार दी अरदास शामिल होवोगे तां ते आनंद कारज करूँगा, नहीं तो अगले दिन आओगे। परिवार वाले आंदे भी बापू चढ़ाई कर जे तो चंगा वक्त पाता इन्हें है। आराम नाल 12 बजे करने सी, 4 बजे करने सी। लखनऊ तो बरात आनी है, किवें आउणगे? वो कहता मैनूं गुरु ते भरोसा है। हुण दास ते उत्थे पहुँच गया, रात ही उत्थे सी, बचन बला करते रहे। तो जिहड़े लखनऊ वाले सी ना, वो 12 बजे आ गए बिलासपुर भी, असीं तो 12 बजे आ गए, तुसीं 2 बजे का टाइम दिता।
ਦੂਜੇ ਵੀ ਨਹਿਰ 'ਤੇ ਆ ਕੇ ਬਹਿ ਕੇ, ਕਾਂਸ਼ੀਪੁਰ ਵਾਲੇ ਵੀ ਦੇਖ ਲਓ। ਤੇ ਸਾਰੀ ਆਸਰ ਦੀ ਵਾਰ ਬੇਨਤੀ ਕਰਨ ਤੋਂ ਭਾਵ ਅੱਜ ਅਸੀਂ ਬੱਚਿਆਂ ਦੇ ਆਨੰਦ ਕਾਰਜ ਸ਼ਾਦੀਆਂ ਕਰਨੇ ਆ, ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਜਾਓ ਸਾਰੇ, ਉੱਥੋਂ ਇੱਧਰ ਤੋਂ ਜਾਓ ਜਿੱਧਰ ਜਾਣਾ ਭਾਈ ਤੁਸੀਂ। ਜਿਸ ਜੋੜੀ ਵਾਸਤੇ ਅਰਦਾਸ ਕਰਨੀ ਹੈ, ਸਾਰੀ ਜ਼ਿੰਦਗੀ ਉਹਨਾਂ ਦੀ ਅੱਗੋਂ ਹੈ, ਉਹਦੇ ਵਾਸਤੇ ਅਸੀਂ ਅਰਦਾਸ ਵਿੱਚ ਵੀ ਨਹੀਂ ਜੁੜ ਸਕਦੇ। ਇਹ ਵੀ ਬੇਨਤੀ। ਤੇ ਕੈਮਰੇ ਵਾਲਿਆਂ ਨੂੰ ਮੈਂ ਖਾਸ ਕਰਕੇ ਇੱਥੇ ਤੇ ਧਿਆਨ ਹੈ, ਮੈਂ ਦੂਸਰੇ ਥਾਂ ਜਦੋਂ ਬਰਾਤਾਂ ਤੇ ਭਾਈ ਕੈਮਰਿਆਂ ਨੂੰ ਕਹਿ ਦੇ ਕਰੋ ਗੁਰੂ ਗ੍ਰੰਥ ਸਾਹਿਬ ਪਿੱਠ ਨਾ ਕਰੋ। ਇਹ ਵੀ ਇੱਕ ਦਾਸ ਦੀ ਬੇਨਤੀ ਹੈ। ਅਗਲੀ ਬੇਨਤੀ ਹੈ, ਕਿਉਂਕਿ ਮੈਂ ਕਿਸੇ ਇੱਕ ਨੂੰ ਨਿਸ਼ਾਨਾ ਬਣਾ ਕੇ ਗੱਲ ਨਹੀਂ ਕਰ ਰਿਹਾ, ਜੇ ਇੱਕ ਨੂੰ ਤਾਂ ਮੈਂ ਆਪਣੇ ਤੇ ਕਰਨਾ। ਜਿਵੇਂ ਕਈ ਵਾਰ ਮੈਂ ਕਿਤੇ ਜਾਣਾ ਤੇ ਉਹ ਕਹਿਣਗੇ ਬਾਬਾ ਜੀ ਜਦੋਂ ਤੁਸੀਂ ਉੱਠਣਾ ਕੀਰਤਨ ਤਾਂ ਅਸੀਂ ਉਦੋਂ ਹੀ ਉੱਠ ਕੇ ਚਲੇ ਜਾਣਾ, ਜਾਂ ਜੀ ਜਦੋਂ ਤੁਸੀਂ ਕੀਰਤਨ ਤੇ ਫਤਿਹ ਬੁਲਾਈ ਅਸੀਂ ਉਦੋਂ ਹੀ ਚਲੇ ਗਏ ਸੀ। ਮੈਂ ਸਮਝਦਾ ਮੇਰੀ ਕਮਜ਼ੋਰੀ ਹੈ, ਮੇਰੇ ਅੰਦਰ ਕਮੀ ਹੈ ਕਿ ਮੈਂ ਇਹਨਾਂ ਨੂੰ ਦੱਸ ਨਹੀਂ ਸਕਿਆ। ਅਸੀਂ ਗੁਰੂ ਨਾਲ ਨਹੀਂ ਜੁੜੇ, ਅਸੀਂ ਬਾਬੇ ਨਾਲ ਜੁੜੇ ਹਾਂ। ਆਹ ਪ੍ਰਚਾਰਕ ਜਦੋਂ ਜਾਏਗਾ, ਇਹਦਾ ਟਾਈਮ ਹੈ, ਉਦੋਂ ਅਸੀਂ ਸੁਣਨਾ ਬਸ। ਆਹ ਬਾਬਾ ਜੀ ਸਾਡੇ ਆ, ਅਸੀਂ ਇਹਦਾ ਸੁਣਨਾ ਬਸ। ਅਸੀਂ ਗੁਰੂ ਦੀ ਬਾਣੀ ਸੁਣਨੀ ਹੈ ਪਿਆਰਿਓ। ਮੇਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਹੈ ਕਿ ਜਿਸ ਨੇ ਸਾਡੇ ਬਚਨ ਸੁਣਨੇ, ਗੁਰਬਾਣੀ ਸਰਵਣ ਕਰੇ। ਜਿਸ ਨੇ ਸਾਡੇ ਨਾਲ ਬਚਨ ਕਰਨੇ ਨੇ, ਗੁਰਬਾਣੀ ਆਪ ਪੜ੍ਹੇ। ਇੱਕ ਬੱਚਾ ਵੀ ਬਾਣੀ ਪੜ੍ਹਦਾ ਹੋਵੇ, ਜਿਨ੍ਹਾਂ ਮਹਾਂਪੁਰਸ਼ਾਂ ਦੀ ਯਾਦ ਮਨਾ ਰਹੇ ਆ ਨਾ, ਤੇ ਇੱਕ ਬੱਚਾ ਵੀ ਕੀਰਤਨ ਕਰਦਾ, ਬਾਣੀ ਪੜ੍ਹਦਾ ਤੇ ਸੁਣਦੇ ਸਨ ਪਿਆਰੇ। ਜੇ ਯੂਪੀ ਕੀਰਤਨ ਸ਼ੁਰੂ ਹੋਏ, ਬੀਜੀ ਤੇ ਮਹਾਂਪੁਰਸ਼ਾਂ ਨੇ ਪਹਿਲਾਂ ਆ ਕੇ ਬੈਠ ਜਾਣਾ, ਭਾਵੇਂ ਦਾ ਟਾਈਮ 1.5 ਘੰਟਾ ਬਾਅਦ ਹੁੰਦਾ ਸੀ। ਇੱਥੇ ਬੈਠੇ ਨੇ, ਚੱਲ ਰਿਹਾ ਟੈਲੀਵਿਜ਼ਨ ਕੋਲ ਹੈ, ਇੱਕ ਇੱਕ ਬਚਨ ਸੁਣ ਰਹੇ ਨੇ ਪਿਆਰੇ। ਆਪ ਜੀ ਬੇਨਤੀ ਕਰਨ ਤੋਂ ਭਾਵ ਹੈ ਕਿ ਬਾਣੀ ਸਤਿਗੁਰ ਦੀ ਹੈ, ਅਸੀਂ ਗੁਰੂ ਨਾਲ ਜੁੜੀਏ। ਹਾਂ ਕਿਸੇ ਕੋਲ ਟਾਈਮ ਘੱਟ ਹੈ, ਉਹ ਗੱਲ ਵੱਖਰੀ ਹੈ, ਕਿਸੇ ਨਾਲ ਆਇਆ, ਕਿਸੇ ਨੇ ਜਾਣਾ ਹੈ, ਕੋਈ ਮੱਥਾ ਟੇਕ ਕੇ ਚਲਾ ਜਾਂਦਾ ਹੈ। ਪਰ ਜੇ ਸਾਡੇ ਮਨ ਵਿੱਚ ਇਹ ਹੈ ਕਿ ਆਹ ਸਾਡਾ ਤੇ ਆਹ ਦੂਜਾ ਹੈ, ਤੇ ਸਮਝੋ ਅਸੀਂ ਜੇ ਗੁਰੂ ਨਾਲ ਨਹੀਂ ਜੁੜੇ। ਜਦੋਂ ਗੁਰੂ ਨਾਲ ਜੁੜ ਜਾਵਾਂਗੇ, ਕੋਈ ਵੀ ਬਾਣੀ ਪੜ੍ਹ ਰਿਹਾ, ਕੋਈ ਵੀ ਕੀਰਤਨ ਕਰ ਰਿਹਾ, ਸਾਨੂੰ ਆਨੰਦ ਆਏਗਾ ਪਿਆਰਿਆ। ਇਹ ਮੇਰੀ ਬੇਨਤੀ ਹੈ। ਕਿਸੇ ਸਮਾਗਮ ਤੇ ਜਾਓ, ਤੁਹਾਡੇ ਕੋਲ ਸਮਾਂ ਹੈ, ਵੱਧ ਤੋਂ ਵੱਧ ਕੋਸ਼ਿਸ਼ ਕਰੋ ਕਿ ਮੈਂ ਸਭ ਦਾ ਸੁਣਾ ਜਿੰਨਾ ਮੇਰੇ ਕੋਲ ਸਮਾਂ ਹੈ। ਕਿਤੇ ਵੀ ਜਾਓ, ਗੁਰਦੁਆਰਾ ਸਾਹਿਬ ਜਾਓ ਤਾਂ, ਕਿਸੇ ਸਮਾਗਮ ਤੇ ਜਾਓ ਤਾਂ ਪਿਆਰਿਓ, ਉਹ ਸਮਾਂ ਲੇਖੇ 'ਚ ਵੱਧ ਤੋਂ ਵੱਧ ਲਾਓ। ਮਹਾਂਪੁਰਸ਼ਾਂ ਦਾ ਬਚਨ ਹੈ ਇਹ ਸਟੇਜ ਦਾ, ਵੱਡੀ ਸਟੇਜ, ਕਿ ਜਿੰਨੇ ਪ੍ਰੇਮੀ ਤੁਸੀਂ ਦੇਸ਼ ਤੋਂ ਬਾਹਰਲੇ ਫੋਰਨ ਤੋਂ ਪ੍ਰਦੇਸ਼ਾਂ ਤੋਂ ਆਏ ਹੋ ਭਾਈ, ਬੜਾ ਖਰਚ ਕਰਕੇ, ਬੜੇ ਕੰਮ ਛੱਡ ਕੇ ਆਏ ਹੋ, ਤੇ ਸਾਰਾ ਵੱਧ ਤੋਂ ਵੱਧ ਸਮਾਂ ਜਿਹੜਾ ਗੁਰੂ ਦਰਬਾਰ 'ਚ ਬੈਠੋ, ਕੀਰਤਨ ਸੁਣੋ ਬਸ। ਇਹ ਮੇਰੀ ਬੇਨਤੀ ਹੈ, ਸਾਰਿਆਂ ਨੂੰ ਬੇਨਤੀ ਹੈ। ਕੋਈ ਵੀ ਕਥਾ ਕੀਰਤਨ ਕਰੇ, ਉਹ ਗੁਰੂ ਦੀ ਬਾਣੀ ਹੈ ਪਿਆਰਿਓ। ਆਪਾਂ ਆਪਣੇ ਅੰਦਰੋਂ ਇਹ ਚੀਜ਼ਾਂ ਕੱਢ ਦੇਣੀਆਂ। ਬੇਨਤੀ ਕਰਦਾ, ਕੋਈ ਵੀ ਹੈ ਗੁਰੂ ਦੀ ਬਾਣੀ ਸੁਣਾ ਰਿਹਾ ਭਾਈ, ਗੁਰਮਤਿ ਨਾਲ, ਗੁਰੂ ਨਾਲ ਜੋੜ ਰਿਹਾ ਹੈ। ਆਉਣ ਵਾਲੇ ਸਮਾਗਮ ਬਾਰੇ ਜਿਉਂ, ਕਿਉਂਕਿ ਪੁੱਛਦੇ ਨੇ, ਜਿਹੋ ਜਿਹਾ ਸਮਾਂ ਹੋਏਗਾ, ਜਿਵੇਂ ਮਾਲਕ ਦਾ ਹੁਕਮ ਹੋਏਗਾ, ਉਹ ਅਸੀਂ ਆਪ ਜੀ ਨੂੰ ਅਸੀਂ ਪਹਿਲਾਂ ਬੇਨਤੀ ਕਰਦੇ ਹਾਂ। ਤੇ ਇਹਦੇ ਨਾਲ ਇੱਕ ਹੋਰ ਬੇਨਤੀ ਹੈ, ਜਦ ਅਸੀਂ ਸਰਵਣ ਕਰਨੇ ਆ ਕਿ ਇਹ ਸੰਪਰਦਾ ਭਾਈ ਸਾਹਿਬ ਭਾਈ ਦਇਆ ਸਿੰਘ ਮਹਾਰਾਜ ਤੋਂ ਚੱਲੀ ਆ ਰਹੀ ਹੈ, ਰਾੜਾ ਸਾਹਿਬ, ਰਤਵਾੜਾ ਸਾਹਿਬ, ਹੋਰ ਕਿੰਨੇ ਸਥਾਨ ਨੇ, ਤੇ ਕੁਝ ਭੁਲੇਖਾ ਜਿਹੜੇ ਗੁਰਮੁਖ ਜਨ ਹਨ, ਮਹਾਂਪੁਰਸ਼ਾਂ, ਗੁਰਸਿੱਖ ਗੁਰਮੁਖ, ਉਹਨਾਂ ਨੂੰ ਤਾਂ ਭੁਲੇਖਾ ਨਹੀਂ, ਪਰ ਕਈਆਂ ਨੂੰ ਭੁਲੇਖਾ ਹੈ। ਤੇ ਉਹਦੇ ਬਾਰੇ ਮੈਂ ਬੇਨਤੀ ਕਰਨੀ ਹੈ ਵੀ ਇਹ ਭਾਈ ਸਾਹਿਬ ਭਾਈ ਦਇਆ ਸਿੰਘ ਦੀ ਗੱਦੀ ਨਹੀਂ ਵੀ ਐਸ ਗੱਦੀ ਤੇ ਅੱਗੋਂ ਆਹ ਗੱਦੀ ਬੈਠ ਗਏ, ਆਹ ਹੁਣ ਆਹ ਇਹਨਾਂ ਕੋਲ, ਨਹੀਂ ਨਹੀਂ ਪਿਆਰਿਓ, ਧਿਆਨ ਦੇਣਾ। ਭਾਈ ਸਾਹਿਬ ਭਾਈ ਦਇਆ ਸਿੰਘ ਜੀ ਤੋਂ ਹੀ ਭਾਈ ਸਾਹਿਬ ਭਾਈ ਮਨੀ ਸਿੰਘ ਨੇ ਅੰਮ੍ਰਿਤ ਛਕਿਆ, ਭਾਈ ਸਾਹਿਬ ਭਾਈ ਦਇਆ ਸਿੰਘ ਜੀ ਤੋਂ ਹੀ ਬਾਬਾ ਦੀਪ ਸਿੰਘ ਨੇ ਅੰਮ੍ਰਿਤ ਛਕਿਆ। ਕਿਹਨਾਂ ਛਕਿਆ? ਇਹ ਟਕਸਾਲਾਂ, ਸੰਪਰਦਾਵਾਂ, ਸਮੂਹ ਪੰਥ ਖਾਲਸਾ ਹੈ, ਉਹ ਅੱਡ ਨਹੀਂ ਪਿਆ। ਸੰਪਰਦਾ ਹੈ, ਆਹ ਟਕਸਾਲ ਹੈ, ਆਹ ਹੋਰ ਹੈ, ਆਹ ਹੋਰ ਹੈ, ਇਹਦੇ ਸਮੂਹ ਦਾ ਨਾਂ ਹੀ ਪੰਥ ਖਾਲਸਾ ਹੈ।
ਭਾਈ ਸਾਹਿਬ ਭਾਈ ਦਇਆ ਸਿੰਘ ਜੀ ਸਾਰੇ ਗੁਰਸਿੱਖਾਂ ਦੇ ਹਨ, ਖਾਲਸੇ ਦੇ ਹਨ, ਤੇ ਇਹ ਵੀ ਮੈਂ ਕਹਾਂਗਾ ਛੋਟੀ ਗੱਲ ਹੈ, ਸਾਰੇ ਸੰਸਾਰ ਦੇ ਨੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ। ਇਹ ਗੁਰੂ ਨਾਨਕ ਸਾਹਿਬ ਦਾ ਦਰ, ਜਿੱਥੇ ਇਹ ਅਰਦਾਸ ਹੁੰਦੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ, ਤੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਵੀ ਸਰਬੱਤ ਦੇ ਨੇ ਪਿਆਰਿਆ, ਉਹ ਸਰਬੱਤ ਦੇ ਨੇ। ਇੱਕ ਡਿਊਟੀਆਂ ਹਨ, ਉਹਨਾਂ ਦੀ ਜਗ੍ਹਾ ਨਹੀਂ ਵੀ ਅਸੀਂ ਉਹਨਾਂ ਨੇ। ਮਹਾਂਪੁਰਸ਼ ਉਸ ਵਾਹਿਗੁਰੂ ਵਿੱਚ ਉਹਦਾ ਰੂਪ ਹੁੰਦੇ ਆ, ਭੇਦ ਹੁੰਦੇ ਆ। ਪਰ ਕੁਝ ਸਾਲ ਪਹਿਲਾਂ ਮੇਰੇ ਕੋਲ ਗੱਲ ਆਈ ਸੀ, ਉਹ ਭੁਲੇਖਾ ਮੈਂ ਸਾਰੀ ਸੰਗਤ ਵਿੱਚ ਦੂਰ ਕਰ ਰਿਹਾ ਵੀ ਇਹ ਨਹੀਂ ਕਿ ਫਲਾਣੇ ਦੀ ਗੱਲ ਨਹੀਂ ਭਾਈ, ਇਹ ਤੇ ਇੱਕ ਸੇਵਾਦਾਰ ਹੀ ਹਨ, ਡਿਊਟੀਆਂ ਹਨ। ਕਿੰਨੇ ਸਥਾਨ ਨੇ, ਭਾਈ ਸਾਹਿਬ ਭਾਈ ਦਇਆ ਸਿੰਘ ਮਹਾਰਾਜ ਤੋਂ ਕਿੰਨਿਆਂ ਨੇ ਅੰਮ੍ਰਿਤ ਛਕਿਆ, ਇਹ 10 ਪਾਤਸ਼ਾਹ ਦੀ ਕਿਰਪਾ ਹੈ। ਤੇ ਜੇ ਅਸੀਂ ਥੋੜਾ ਅੱਗੇ ਹੋ ਜਾਈਏ ਤੇ ਸਭ ਦਾ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ ਪਿਆਰਿਆ, ਸਾਡਾ ਸਭ ਦਾ ਇੱਕ ਪਿਤਾ ਹੈ। ਇਹ ਸਾਰਾ ਹੀ ਖਾਲਸਾ ਹੈ। ਅਸੀਂ ਇਹ ਨਹੀਂ ਕਿ ਅਸੀਂ ਫਲਾਣੀ ਸੰਪਰਦਾ ਦੇ ਹਾਂ, ਅਸੀਂ ਟਕਸਾਲ ਦੇ ਹਾਂ, ਉਸ ਦੂਜੇ ਨੇ, ਅਸੀਂ ਆ ਤੀਜੇ ਹਾਂ, ਆ ਹੋਰ ਨੇ, ਅਸੀਂ ਹੋਰ ਹਾਂ। ਮੇਰੀ ਬੇਨਤੀ ਹੈ ਪਿਆਰਿਓ, ਅਸੀਂ ਸਾਰੇ ਇੱਕ। ਇਹ ਨਾ ਕਦੀ ਵੀ ਨਾਨਕਸਰ ਵਾਲੇ ਹੋਰ ਨੇ, ਰਾੜਾ ਸਾਹਿਬ ਵਾਲੇ ਹੋਰ ਨੇ, ਟਕਸਾਲ ਵਾਲੇ ਹੋਰ ਨੇ, ਨਹੀਂ ਨਹੀਂ ਪਿਆਰਿਓ, ਕਾਰਸੇ ਵਾਲੇ ਹੋਰ ਨੇ, ਨਹੀਂ, ਸਭ ਇੱਕ ਨੇ। ਟਕਸਾਲ ਵਾਲੇ ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਤੋਂ ਕਿੰਨੇ ਵਿਦਿਆਰਥੀ ਹੋਏ, ਤੇ ਜਿਹੜੇ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਬਣੇ, ਜਥੇਦਾਰ ਬਣੇ। ਤੇ ਆਮ ਤੁਸੀਂ ਦੇਖਦੇ ਹੋ ਕਿ ਟਕਸਾਲ ਵਾਲੇ ਪਜਾਮਾ ਨਹੀਂ ਪਾਉਂਦੇ, ਚਲੋ ਪੈਂਟ ਪੁੰਟ ਦੀ ਗੱਲ ਤੇ ਦੂਰ ਹੈ, ਪਜਾਮਾ ਵੀ ਨਹੀਂ ਪਾਉਂਦੇ, ਉਹਨਾਂ ਦੀ ਵਰਦੀ ਇਸ ਤਰ੍ਹਾਂ। ਪਰ ਜਿਹੜੇ ਹੈਡ ਗ੍ਰੰਥੀ ਬਣਦੇ ਸੀ, ਮਹਾਂਪੁਰਸ਼ਾਂ ਦਾ ਬਚਨ ਸੀ ਕਿ ਭਾਈ ਜਿਵੇਂ ਉੱਥੋਂ ਦੀ ਮਰਜ਼ਾਦਾ ਉਵੇਂ ਰਹੋ। ਇਹ ਹੈ ਕਿ ਪੰਥ ਨਾਲ ਮਿਲ ਕੇ ਰਹਿਣਾ। ਰਾੜਾ ਸਾਹਿਬ ਮਹਾਂਪੁਰਸ਼ਾਂ ਦਾ ਜੀਵਨ ਪੜ੍ਹ ਕੇ ਦੇਖੋ, ਸੁਣ ਕੇ ਦੇਖੋ, ਪੰਥ ਨਾਲ ਮਿਲ ਕੇ ਰਹੇ। ਮਹਾਂਪੁਰਸ਼ਾਂ ਦਾ ਆਸ ਵਿੱਚ ਕਿੰਨਾ ਪਿਆਰ ਸੀ, ਚਾਹੇ ਨਾਨਕਸਰ ਵਾਲੇ ਮਹਾਂਪੁਰਸ਼ ਆਉਂਦੇ, ਚਾਹੇ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਆਉਂਦੇ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਰਾੜਾ ਸਾਹਿਬ ਆਏ, ਨਹਿਰ ਤੇ ਖੜੇ ਹੋ ਗਏ, 150-200 ਸਿੰਘ ਹੁੰਦਾ ਸੀ ਆਪ ਜੀ ਦੇ ਨਾਲ। ਤੇ ਕੀ ਕਿਹਾ ਉਹਨਾਂ ਨੇ? ਕਹਿੰਦੇ ਕਮਾਈ ਵਾਲੇ ਮਹਾਂਪੁਰਸ਼ ਨੇ, ਜਿੱਥੇ ਚੱਲੇ ਆ ਸਿੰਘੋ। ਕਿਤੇ ਇਸ ਤਰ੍ਹਾਂ ਦਾ ਸੋਚੋ ਵੀ ਐ ਨਹੀਂ, ਐ ਨਹੀਂ, ਕਿਉਂਕਿ ਉਹਨਾਂ ਦੀ ਆਪਣੀ ਜਿਹੜੀ ਮਰਜ਼ਾਦਾ ਉਸ ਹਿਸਾਬ ਨਾਲ ਰਹਿੰਦੇ। ਪਰ ਇਹ ਸੀ ਵੀ ਕਿਸੇ ਉੱਤੇ ਤਰਕ ਬਿਤਰਕ ਨਹੀਂ ਸਨ ਕਰਦੇ, ਪਿਆਰ ਨਾਲ ਰਹਿੰਦੇ ਸਨ। ਬੇਨਤੀ ਕਰਨ ਤੋਂ ਭਾਵ ਹੈ ਕਿ ਸਭ ਪੰਥ ਖਾਲਸਾ ਹੈ, ਗੁਰੂ ਦਾ ਖਾਲਸਾ ਹੈ। ਅਸੀਂ ਇਹ ਨਾ ਸਮਝੀਏ ਵੀ ਆਹ ਹੋਰ ਨੇ, ਆਹ ਹੋਰ ਨੇ, ਆਹ ਹੋਰ ਨੇ। ਆਪਣੇ ਮਹਾਂਪੁਰਸ਼ਾਂ ਦੇ ਅੰਦਰ ਸਭ ਦਾ ਸਤਿਕਾਰ, ਜਿਨ੍ਹਾਂ ਦੀ ਯਾਦ ਮਨਾ ਰਹੇ। ਇਸ ਕਰਕੇ ਏਕ ਪਿਤਾ ਏਕ ਸਕੇ ਹੰਬਾਰਕ, ਤੂੰ ਮੇਰਾ ਗੁਰਹਾਈ। ਇਹ ਦਾਸ ਕੁਛ ਜ਼ਰੂਰੀ ਬੇਨਤੀਆਂ ਸਮਝਦਾ ਸੀ। ਤੇ ਇੱਕ ਆਖਰੀ ਬੇਨਤੀ ਹੋਰ ਮੈਂ ਜਿਹੜੀ ਹੈ ਉਹ ਸੰਤ ਸਮਾਜ ਨੂੰ ਕਰਨੀ ਹੈ, ਕਿਉਂਕਿ ਚਲੋ ਆਵਾਜ਼ ਕਦੇ ਨਾ ਕਦੇ ਪਹੁੰਚ ਜਾਏਗੀ। ਉਹ ਕੀ ਹੈ ਕਿ ਜੋ ਸਥਾਨਾਂ ਤੇ ਬਰਸ਼ੀਆਂ ਮਨਾਈਆਂ ਜਾਂਦੀਆਂ ਨੇ, ਜਿਵੇਂ ਉਸ ਸਥਾਨ ਦੇ ਜਿਹੜੇ ਮੁਖੀ ਮਹਾਂਪੁਰਸ਼ ਹਨ, ਉਹਨਾਂ ਦੀ ਬਰਸ਼ੀ ਉਹਨਾਂ ਦੀ ਯਾਦ ਵਿੱਚ ਹੀ ਬਾਅਦ ਵਾਲਿਆਂ ਦੀ ਵੀ ਇਕੱਠੀ ਮਨਾਈ ਜਾਵੇ, ਇੱਕ ਬਰਸ਼ੀ। ਇਹ ਮੇਰੀ ਬੇਨਤੀ। ਬਾਕੀ ਦਿਹਾੜੇ ਗੁਰੂ ਸਾਹਿਬ ਦੇ ਮਨਾਏ ਜਾਣ। ਕਿਉਂ? ਜੇ ਇੱਕ ਮਹਾਂਪੁਰਸ਼ ਤੋਂ ਬਾਅਦ 8-10 ਮਹਾਂਪੁਰਸ਼ ਹੋਏ, ਹਰ ਮਹੀਨੇ ਬਰਸ਼ੀਆਂ ਮਨਾਇਆ ਕਰੋਗੇ, ਤੇ ਗੁਰੂ ਸਾਹਿਬ ਦੇ ਦਿਹਾੜੇ ਕੌਣ ਮਨਾਏਗਾ? ਸ਼ਾਇਦ ਖਿਮਾ ਕਰਨਾ, ਕਈਆਂ ਨੂੰ ਇਹ ਕੁਛ ਹੋਰ ਤਰ੍ਹਾਂ ਦਾ ਵੀ ਲੱਗ ਰਿਹਾ ਹੋਵੇ, ਉਹਦੀ ਮੈਂ ਖਿਮਾ ਮੰਗਣਾ। ਪਰ ਮੇਰੀ ਆਪਣੀ ਅੰਦਰ ਦੀ ਆਵਾਜ਼ ਹੈ, ਉਹ ਮੈਂ ਬੇਨਤੀ ਕਰ ਰਿਹਾ ਕਿ ਇੱਕੋ ਹੀ ਜਿਹੜਾ ਸਮਾਗਮ ਹੈ ਯਾਦ ਦਾ, ਉਹ ਜਿਹੜੇ ਮੁਖੀ ਮਹਾਂਪੁਰਸ਼ ਹਨ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਮਨਾਇਆ ਜਾਏ, ਬਾਅਦ ਵਾਲਿਆਂ ਦਾ ਵੀ ਉਸੇ ਦਿਨ ਦੇ ਹੀ ਇਕੱਠਾ ਹੀ ਮਨਾਇਆ ਜਾਵੇ। ਬਾਕੀ ਗੁਰੂ ਸਾਹਿਬ ਦੇ ਦਿਹਾੜੇ ਸਮੇਂ-ਸਮੇਂ ਮਨਾਏ ਜਾਣ। ਔਰ ਇਸ ਸਮਾਗਮ ਵਿੱਚ ਇਸੇ ਕਰਕੇ ਕਿ ਸਾਡੇ ਪਿਆਰੇ ਮਹਾਂਪੁਰਸ਼ ਜਿਨ੍ਹਾਂ ਨੇ ਜੀ ਆਪਾਂ ਯਾਦ ਮਨਾ ਰਹੇ ਹਾਂ, ਉਹਨਾਂ ਨੇ ਸਾਰਾ ਜੀਵਨ, ਚਾਹੇ ਮਹਾਂਪੁਰਸ਼ ਚਾਹੇ ਸਤਿਕਾਰਯੋਗ ਬੀਜੀ, ਉਹਨਾਂ ਨੇ ਗੁਰਬਾਣੀ ਨਾਲ, ਸ਼ਬਦ ਗੁਰੂ ਨਾਲ ਜੋੜਿਆ। ਤੇ ਇਸ ਸਮਾਗਮ ਦੇ ਆਖਰੀ ਦਿਨ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਦਾ ਗੁਰਗੱਦੀ ਦਿਵਸ ਇਸੇ ਕਰਕੇ ਮਨਾਇਆ ਜਾਂਦਾ ਸਾਧ ਸੰਗਤ ਵਿੱਚ। ਇਹ ਮੇਰੀ ਬੇਨਤੀ ਹੈ। ਆਓ ਅਗਲੀ ਵਿਚਾਰ ਦਾਸ ਜਿੰਨਾ ਕੁ ਸਮਾਂ ਹੈ ਉਹਨੇ ਕੀ ਕਰੇਗਾ।
ਇਹ ਦਾਸ ਦੇ ਅੰਦਰ ਸੀ ਵੀ ਬਾਅਦ ਵਿੱਚ ਬੇਨਤੀਆਂ ਕਰਨ ਨਾਲ ਪਹਿਲਾਂ ਮੈਂ ਬੇਨਤੀਆਂ ਕਰਾਂ, ਫਿਰ ਸ਼ਬਦ ਦੇ ਨਾਲ ਹੀ ਜਿਹੜੀ ਸੰਪੂਰਨਤਾ ਹੋਏਗੀ। ਆਓ ਆਪਣੀਆਂ ਸੁਰਤੀਆਂ ਨੂੰ ਹਜ਼ੂਰ ਸਾਹਿਬ ਦੀ ਪਾਵਨ ਧਰਤੀ ਤੇ ਲੈ ਕੇ ਚੱਲੀਏ, ਜਿੱਥੇ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾ ਕੇ ਖਾਲਸੇ ਦੀ ਬੇਨਤੀ ਮੰਨ ਕੇ 5 ਪੈਸੇ ਨਾਰੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੱਖ ਕੇ 5 ਸਿੰਘ ਤਾਬਿਆ ਖੜੇ ਕੀਤੇ ਨੇ। ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਕਰਮਾਂ ਕਰਕੇ 4 ਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਰਹੇ ਨੇ। ਲਾਸ਼ ਨੇ ਬੇਨਤੀ ਕੀਤੀ ਸੀ ਸਵੇਰੇ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸ਼ੀਸ਼ ਕਿਸੇ ਦੁਨਿਆਵੀ ਰਾਜੇ ਕੇ ਨਹੀਂ ਚੁੱਕਿਆ, ਚਾਹੇ ਰੰਗਜੇ ਵਰਗੇ ਸਨ। ਜੇ ਉਹਨਾਂ ਦਾ ਸਿਰ ਚੁੱਕਿਆ ਹੈ ਤੇ ਗੁਰੂ ਗ੍ਰੰਥ ਸਾਹਿਬ ਅੱਗੇ। ਤੇ ਮਹਾਂਪੁਰਸ਼ਾਂ ਦਾ ਬਚਨ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ 10 ਪਾਤਸ਼ਾਹਾਂ ਨੇ ਮੱਥਾ ਟੇਕਿਆ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਜੋਤ ਬਾਬਾ ਲਹਿਣਾ ਜੀ ਅੰਦਰ ਟਿਕਾਈ, ਉਹਨਾਂ ਨੂੰ ਟੇਕਿਆ। ਇਸ ਤਰ੍ਹਾਂ ਕਰਦਿਆਂ ਗੁਰੂ ਜੋਤ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਤੇ 10 ਪਾਤਸ਼ਾਹ ਨੇ ਜਿਹੜਾ ਮੱਥਾ ਟੇਕਿਆ ਉਹ 10 ਪਾਤਸ਼ਾਹਾਂ ਨੇ ਹੀ ਮੱਥਾ ਟੇਕਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂਆਂ ਦੇ ਗੁਰੂ ਹਨ। ਐਸੇ ਸਤਿਗੁਰੂ ਦੇ ਲੜ ਜਿਸ ਦਸ਼ਮੇਸ਼ ਪਿਤਾ ਜੀ ਨੇ ਲਾਇਆ, ਬਾਜਾਂ ਵਾਲੇ ਸਤਿਗੁਰੂ ਨੇ ਲਾਇਆ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲਾਇਆ। ਤੇ ਆਪਾਂ ਉਹ ਸਤਿਗੁਰੂ ਨੂੰ ਨਮਸਕਾਰ ਕਰੀਏ, ਯਾਦ ਕਰੀਏ। ਸਾਰਿਆਂ ਨੇ ਗੱਜ ਵੱਜ ਕੇ ਸ਼ਬਦ 'ਚ ਬੋਲਣ ਦੀ ਖੇਚਲ ਕਰਨੀ ਹੈ। ਐਸਾ ਗੁਰੂ ਨਾ ਜਗਤ ਵਿੱਚ ਹੋਣਾ, ਜਿਹਦੇ ਲੜ ਲਾਇਆ ਖਾਲਸਾ। ਐਸਾ ਗੁਰੂ ਨਾ ਜਗਤ ਵਿੱਚ ਹੋਣਾ, ਜਿਹਦੇ ਲੜ ਲਾਇਆ ਖਾਲਸਾ। ਐਸਾ ਗੁਰੂ ਨਾ ਜਗਤ ਵਿੱਚ ਹੋਣਾ, ਜਿਹਦੇ ਲੜ ਲਾਇਆ ਖਾਲਸਾ। ਐਸਾ ਗੁਰੂ ਨਾ ਜਗਤ ਵਿੱਚ ਹੋਣਾ, ਜਿਹਦੇ ਲੜ ਲਾਇਆ ਖਾਲਸਾ। ਗੁਰੂ ਨਾ ਜਗਤ ਵਿੱਚ ਹੋਣਾ, ਜਿਹਦੇ ਲੜ ਲਾਇਆ ਖਾਲਸਾ। ਐਸਾ ਗੁਰੂ ਨਾ ਜਗਤ ਵਿੱਚ ਹੋਣਾ, ਜਿਹਦੇ ਲੜ ਲਾਇਆ ਖਾਲਸਾ। ਐਸਾ ਗੁਰੂ ਨਾ ਜਗਤ ਵਿੱਚ ਹੋਣਾ, ਜਿਹਦੇ ਲੜ ਲਾਇਆ ਖਾਲਸਾ। ਗੁਰੂ ਨਾ ਜਗਤ ਵਿੱਚ ਹੋਣਾ, ਜਿਹਦੇ ਲੜ ਲਾਇਆ ਖਾਲਸਾ। ਐਸਾ ਗੁਰੂ ਨਾ ਜਗਤ ਵਿੱਚ ਹੋਣਾ, ਜਿਹਦੇ ਲੜ ਲਾਇਆ ਖਾਲਸਾ। ਐਸਾ ਗੁਰੂ ਨਾ ਜਗਤ ਵਿੱਚ ਹੋਣਾ, ਜਿਹਦੇ ਲੜ ਲਾਇਆ ਖਾਲਸਾ। ਗੁਰੂ ਨਾ ਜਗਤ ਵਿੱਚ ਹੋਣਾ, ਜਿਹਦੇ ਲੜ ਲਾਇਆ ਖਾਲਸਾ। ਐਸਾ ਗੁਰੂ ਨਾ ਜਗਤ ਵਿੱਚ ਹੋਣਾ, ਜਿਹਦੇ ਲੜ ਲਾਇਆ ਖਾਲਸਾ। ਨਾਰਾਇਣ ਨਰਪਤ ਨਮਸਕਾਰ, ਨਾਰਾਇਣ ਨਰਪਤ ਨਮਸਕਾਰ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੁਹਤਾਰ। ਕਮਨ 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 ਗੁਣ ਕਹੀਏ, ਅੰਤ ਨਹੀਂ ਕਿਛ ਪਾਰ। ਲਾਖ 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 ਤੇ ਹੋਰ ਕੋ ਹੈ ਸੋ ਵਿਚਾਰ। ਵਿਸ਼ਮ 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 ਹੀ ਪਈ ਹੈ, ਲਾਲ ਗੁਰਾਨ ਕਾਰ। ਓ ਨਾਨਕ ਸੰਤਨ ਰਾਜ ਆਈ ਹੈ, ਤੇਰਾ ਗੁਰੂਆ ਨਮਸਕਾਰ। ਧੰਨ ਸਤਿਗੁਰੂ ਲਾਖ 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 ਕਈ ਕੋਰ ਹੈ, ਕੋ ਹੈ ਐਸੋ ਵਿਚਾਰ। ਉਹ ਸਤਿਗੁਰੂ ਆਪਣੇ ਵਰਗੇ ਆਪ ਹੀ ਹੰਸਾ ਸਿੰਘ ਜੀ। ਤੇ ਜਿਸ ਸਮਰੱਥ ਅਖੰਡ ਗੁਰੂ ਅਟਲ ਗੁਰੂ ਜੁਗੋ ਜੁਗ ਅਟਲ ਗੁਰੂ ਦੇ ਲੜ ਲਾਇਆ ਨਾ, ਐਸਾ ਗੁਰੂ ਸੰਸਾਰ ਤੇ ਹੋਰ ਨਹੀਂ ਕਿ ਹੋਣਾ। ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੀ ਹਨ ਜਿਨ੍ਹਾਂ ਨੂੰ ਗੁਰੂ ਪਦਵੀ ਮਿਲੀ। ਕਿਸੇ ਧਾਰਮਿਕ ਗ੍ਰੰਥ ਨੂੰ ਗੁਰੂ ਪਦਵੀ ਨਹੀਂ ਮਿਲੀ। ਗੁਰੂ ਗ੍ਰੰਥ ਸਾਹਿਬ ਜੀ ਹਨ ਜਿੱਥੇ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ। ਇੱਕ ਦੁਨੀਆ ਦੇ ਅੰਦਰ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਹਨ
जो सतगुर सच्चे पातशाह जी ने अपने हुंदियां गुरबाणी लिखाई, एक भी अखर कोई ना घटा सकता ते ना वधा सकता। दास एक दिन महापुरुषों का रंधावे वाले ने फोन पर विचार कर रहा सी कि धन गुरु गोबिंद सिंह महाराज जी सच्चे पातशाह जी ने साबो की तलवंडी दमदमा साहब सारी गुरबाणी गुरु ग्रंथ साहब महाराज की आप लिखाई है। अज की हाल है? ये तो सतगुरु ने कृपा की है। ਜਿਹੜੇ ਕਹਿੰਦੇ ਹੈ ਅਸੀਂ ਇਸੇ ਦੱਸਣ ਵਾਸਤੇ ਬੇਨਤੀ ਕਰ ਸਕਨੇ ਆ, ਬਾਣੀ ਸਾਰੀ ਸਤਿਗੁਰ ਦੀ ਹੈ, ਅਕਾਲ ਪੁਰਖ ਦੀ ਹੈ। ਵੈਸੇ ਕਿ ਭਗਤ ਕਬੀਰ ਜੀ, ਬਾਬਾ ਫਰੀਦ ਜੀ, ਇਹ ਸਤਿਗੁਰ ਦੀ ਬਾਣੀ, ਵੈਸੇ ਬਾਣੀ ਸਾਰੀ ਸਤਿਗੁਰ ਦੀ ਹੈ। ਨਹੀਂ ਤੇ ਪਤਾ ਨਹੀਂ ਅੱਜ ਜਿਹੜੇ ਲੱਗੇ ਨੇ ਉਹਨਾਂ ਕਹਿਣਾ ਇਹ ਤੇ ਬਾਣੀ ਭਗਤ ਕਬੀਰ ਦੀ ਹੈ, ਇਹ ਤੇ ਬਾਣੀ ਆ ਹੈ। ਦੇਖੋ दसों पातशाह महाराज ने ही कृपा की है। धीरमलियां दे परिवार ने स्वरूप नहीं दिते गुरु ग्रंथ साहब दे। जदों सिंघां ने बेनती की सच्चे पातशाह जी ने बचन किया सी कि जंगा युद्धां तो वेले हो के गुरबाणी दा अर्थ बोध करावांगे ते हुण किरपा है। मार कहंदे जाओ धीरमलियां दे परिवार तो गुरु ग्रंथ साहब दे स्वरूप लियाओ। उन्हां नहीं दिते, पंजाब सतगुर ने आप उचारण कर लैण। ये सारी हुक्म की खेड है। जो बख्शिश भाई साहब भाई गुरदास जी ते हुई, वो बख्शिश की भाई साहब भाई मनी सिंह जी ते नाल आए बाबा दीप सिंह जी। सारी गुरु ग्रंथ साहब जी की बाणी दसवें पातशाह ने लिखाई है। विचार करो हुण बाणी किस दी है? ये दरगाही बाणी है, तुरकी बाणी आई ते सगली चिंत मुटाई। दुनिया के अंदर शरीर करके जो आया वो चला गया, नहीं रहा। केवल धन गुरु ग्रंथ साहब महाराज जी हैं जिन्हां दे प्रकाश दिहाड़े संगतां सदा मनाउणगीਆਂ, जिन्हां दे संपूर्ण दिवस संगतां सदा मनाउणगीਆਂ, जिन्हां दे गुरगद्दी दिवस संगतां सदा मनाउणगीਆਂ। ज्योति जोत समाउण दिवस वर्षी कदे नहीं आएगी गुरु ग्रंथ साहब जी। ऐसे सतगुरु सुप्रीम कोर्ट के 2 जजां ने जिहड़ा कुछ साल पहला फैसला किया कि गुरु ग्रंथ साहब महाराज जागदी जोत सतगुरु ने, समर्थ गुरु ने प्यारे। तो सानू भी भरोसा चाहिए। आ जदों गुरु ग्रंथ साहब महाराज जी का 400 साला प्रकाश दिहाड़ा अमृतसर की पावन धरती ते मनाया, तो बाहर पंडाल लगे सन, बड़े बड़े विद्वान आए सन। तो निजामुद्दीन औलिया के स्थान तो जिहड़ा रब का प्यारा आया, उन्हें 2 वचन कमाल दे कहे सन। उन्हें कहा सी जे दुनिया अंदर कोई धर्म है जिहदे च सारे आ सकते हैं तो सिख धर्म है। देखो थोड़े अखरां च बड़ा कुछ। मैनू अलीवाल स्कूल मिडल स्कूल ते हैड मास्टर सन सरदार शिपाल सिंह जी रंधावा, बहुत चंगे सन, करड़े भी बड़े सन ते चंगे भी बहुत सन। वो करड़े सन दूसरे के भले वास्ते। तो उन्होंने क्लास दे विच एक गल सुनाई, कहंदे भी एक प्रोफैसर अपने स्टूडेंट नूं कहन लगा भी जेकर तू 5 मिनट बोलना हो तो कितना समा चाहिए तैयारी वास्ते? कहंदा जी 1 महीना। कहंदे जे 15 मिनट बोलना हो तो? कहंदे जी 15 दिन। जे कहंदे अद्धा घंटा बोलना हो? कहंदा जी 1 हफ्ता। कहंदे 1 घंटा बोलना? कहंदे हुणे ला दो। कहंदे दा मतलब की? 5 मिनट वास्ते 1 महीना। कहता है जी मैं जो 1-2 घंटे में बोलना है वह सारे का निचोड़ मैं 5 मिनट में याद करना है, उन्हें लिया है, वो वास्ते 1 महीना चाहिए मैंने। देखो बेनती कर तो भाव के विद्वान जे घंटिया बदी समा है तो 1 वजन तां भी अमोलक, तो जे कुछ मिनट ने वो भी संगतां दी झोली च कुछ पा देना, झोल च पा देना कुछ। उस रब दे प्यारे ने 2 वचन जिहड़े कीते, उन्हें कहा जे संसार दे अंदर कोई धर्म है जिहदे च सारे आ सकते हैं तो सिख धर्म है, तो जे कोई गुरु है संसार विच, जे कोई गुरु है
ਜਿਹਦੇ ਲੜ ਸਾਰੇ ਲੱਗ ਸਕਦੇ ਹੈ, ਜਿਸ ਗੁਰੂ ਦੀ ਸ਼ਰਨ ਵਿੱਚ ਸਾਰੇ ਆ ਸਕਦੇ ਹੈ। ਜੇ ਕੋਈ ਸਾਰੇ ਸੰਸਾਰ ਦਾ ਭਾਵ ਗੁਰੂ ਹੋ ਸਕਦਾ ਹੈ ਤੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਇਹ ਉਹਨਾਂ ਦੇ ਬਚਨ ਹੈ। ਡਾਕਟਰ ਸਵਾਮੀ ਰਾਮ ਜੀ ਸੰਤ 93 ਮਹਾਂਪੁਰਸ਼ਾਂ ਕੋਲ ਪਹਿਲੀ ਵਾਰ ਆਏ ਸਨ ਪਿਆਰਿਓ। ਉਹਨਾਂ ਦੇ ਬਚਨ ਬੜੇ ਨੇ, ਬੜੇ ਤਪ ਸਾਧਨ ਕੀਤੇ, ਪ੍ਰਾਣਾਯਾਮ ਕੀਤਾ, ਬੜੇ ਬੜੇ ਸੇਵਕ ਵੇਦ ਭਾਰਤੀ ਜੀ ਵਰਗੇ ਉਹਨਾਂ ਦੇ, ਤੇ ਇੱਥੇ ਹੀ ਲੱਖਾਂ ਦੇ ਇਕੱਠ ਵਿੱਚ बड़े बड़े पंडाल ते संगतां जुड़ियां। तुसी बचन तुहानूं याद होएगा, उन्होंने कहा सी जो संसार तो कितों भी नहीं मिलता। वेखो उन्हां दी रिसर्च है, कहंदे मैं दुनिया दे कोई धार्मिक ग्रंथ नहीं छड्डिया जिहदी रिसर्च ना कीती होवे। अखीर कहंदे मन मन्निया मेरा गुरु नानक साहिब नूं, ते कहंदे जो संसार तो कितों भी नहीं मिलता वो गुरु ग्रंथ साहिब तो मिलता है, तो जो गुरु ग्रंथ साहिब तो मिलता है होर कितों नहीं जे मिलता। तो जेडे गुरु ग्रंथ साहिब नूं छड्ड के इधर उधर भटकदे ने प्यारिओ, उन्होंने की आखांगे। असीं याद मना रहे हैं ना महापुरुषों के बीजी दी। महापुरुषों के कीर्तन अरदास तो बाद बीजी खड़े हो जाते, सीधे सीधे भजन करते, कहते मैं कहनी माता रानी ना मनो, तुम मैनू माता जी कह लग पे सीधे हैं, तुम मैनू माता जी बनाता। सीधे बचन, थोड़े बचना च किन्ने तैयार बीबियां कर लैनियां अमृत छकण वास्ते। तो की कहते होंदे सी, आ माड़ी दे जांदे हो, गुगे दे जांदे हो। उन्हां दे थोड़े बचनां विच जिथे जदों महापुरुषां दे आनंद कारज होया ते बचन होया भी ऐ नहीं हत्थ करना, भाव किसी को मंगना नहीं, देना है लेना नहीं। महापुरुष कहते भाई तुहाडी बीजी ने साथों बचन लिया होया भी ऐ नहीं हत्थ करना, सारे जी ने एक बचन में बड़ा कुछ आ जाता। अपनी किरत करनी है तो फिर जब संगत में कहना आ गुगे माड़ियां दे ना जाओ पाए, गुरु ग्रंथ साहिब दे लड़ लगो। आप जी के पिता संत बाबा हीरा सिंह जी ब्रह्म ज्ञानी महापुरुष होए ने प्यारिओ, ते वो बंदगी वाले सतकार जो बीजी की उम्र छोटी सी, ते पिता संत बाबा हीरा सिंह ने कहा एक कोई आ रहा सिंह तो सानू मिलायो ना। कहते बहुत चेहरा सोहना तो सिंह आ गया। तो बीजी कहते भी मेरे मन च आए भी ये तो बहुत प्यारा सिंह है, किसी होर नूं रोकिया होना है। मैं भेज दिता तो कहते पिता जी जलाल विच आ गए। कहते वो सिंघा बंबे की करदा रहे, किहड़े कर्म करदा रहे बंबे? जे मैं इत्थे बैठा गुरु का सिख देख सकना तो 10 पातशाह नहीं देखते। कहते उच्ची उच्ची रोन लग पे। असी भाई जोगा सिंह की साखी प्रसंग सुनने, हर साखी में जिवें सतगुर की बाणी का एक एक अखर एक एक बचन बोल के, गुरु साखियां दे विच गुरु बचना भी बहुत कुछ है। विचार करो किते बहुत कुछ है, लोड़ विचारन दी है। भाई जोगा सिंह की साखी आम प्रसंग सुनने, पर एक एक बचन मोलक है। भाई जोगा सिंह घोड़ा धर्मशाला बन के ते वेशवा दे क्यों गया, उधर क्यों चढ़न लगा पौड़ी, ਇਹਦਾ ਭਾਵ ਕੀ ਹੈ? जे भाई जोगा सिंह समझदा कि 10 पातशाह मेरे नाल ने तो फुरना भी ना आउंदा, भाई जोगा सिंह नूं ये सी भी 10 पातशाह ते आनंदपुर साहिब ने, इत्थे कोई नहीं मैनूं देखदा। आही सी फर्क बस, जिवें असीं समझने आ कि गुरु साहब गुरुद्वारा साहिब ने बस। तो मेरे साहब कहते गुरु मेरे संग सदा है नाले, गुरु तो अंग संग है प्यारे। वो तो घट घट के अंतर की जानत, भले बुरे की पीर पछानत। मेरा सतगुरु घट घट दिया जाने, 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 घट दिया जाने, घट घट दिया जाने, घट दिया जाने,
ਘਟ ਘਟ ਦੀਆਂ ਜਾਣੇ ਘਟ ਦੀਆਂ ਜਾਣੇ 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 ਘਟ ਘਟ ਦੀਆਂ ਜਾਣੇ ਮੇਰਾ ਸਤਿਗੁਰੂ 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 ਘਟ ਘਟ ਦੀਆਂ ਜਾਣੇ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਦੀ ਪੀਰ ਪਛਾਨਤ ਸਮਰੱਥ ਸਤਿਗੁਰੂ ਜਾਣਦਾ ਸੰਤ ਬਾਬਾ ਹੀਰਾ ਸਿੰਘ ਜੀ ਕਹਿੰਦੇ ਜੇ ਮੈਂ ਗੁਰੂ ਕਾ ਸਿੱਖ ਇੱਥੋਂ ਦੇਖ ਰਿਹਾ ਤੇ ਸਤਿਗੁਰੂ ਨਹੀਂ ਦੇਖ ਰਿਹਾ। ਉੱਚੀ ਉੱਚੀ ਰੋਣ ਲੱਗ ਪਿਆ। ਉਹ ਸਨ ਸਤਿਕਾਰਯੋਗ ਬੀਜੀ ਦੇ ਪਿਤਾ ਜੀ ਸੰਤ ਬਾਬਾ ਹੀਰਾ ਸਿੰਘ ਜੀ ਨੇ। ਭਾਈ ਸਾਹਿਬ ਭਾਈ ਰਣਧੀਰ ਸਿੰਘ ਨੇ ਉਹਨਾਂ ਨੂੰ ਸੰਤ ਲਿਖਿਆ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਉਹਨਾਂ ਨੂੰ ਤੇ ਬੀਜੀ ਜਿਨ੍ਹਾਂ ਦੇ ਮਾਤਾ ਜੀ ਮਾਤਾ ਹਰਨਾਮ ਕੌਰ ਜੀ ਤੇ ਪਿਆਰਿਓ ਯੂਪੀ ਦੇ ਵਿੱਚ ਬਹੁਤ ਜਗ੍ਹਾ ਪੈਦਲ ਜਾਣਾ ਪੈਂਦਾ ਸੀ। ਘਰ ਨੂੰ ਤਾਲਾ ਲਾਉਣਾ, ਮਹਾਂਪੁਰਸ਼ਾਂ ਦੇ ਨਾਲ ਪੂਰਾ ਸਾਥ ਦੇਣਾ। ਪਿਆਰੇ ਕਈ ਕਿਲੋਮੀਟਰ ਪੈਦਲ ਜਾਣਾ। ਟਰੈਕਟਰ ਹਿੰਦੁਸਤਾਨ ਹੋਇਆ ਕਰਦਾ ਸੀ, ਮਹਾਂਪੁਰਸ਼ ਆਪ ਕਈ ਵਾਰ ਲੈ ਕੇ ਜਾਂਦੇ ਆਪ ਜਾ ਕੇ। ਬਾਅਦ ਵਿੱਚ ਜੰਗ ਆਇਆ, ਜੀਪ ਆਈ, ਕਾਰ ਇਹ ਤੇ ਬਾਅਦ ਦੀਆਂ ਗੱਲਾਂ ਪਿਆਰੇ। ਕਿਤੇ ਪਾਣੀ ਲੰਘਣਾ, ਕਿਤੇ ਗਾਰਾ ਧੂੜ ਕੱਟਾ, ਕਿਤੇ ਰਸਤੇ ਵੀ ਨਾ ਹੋਣੇ, ਵੱਟਾਂ ਦੇ ਉੱਤੇ ਤੁਰਨਾ। 12 ਸਾਲ ਪ੍ਰਚਾਰ ਕੀਤਾ। ਇੱਥੇ ਵੇਖ ਲਓ ਆਏ ਤਾਂ ਜਿੱਥੇ ਵੀ ਗਏ ਤੇ ਉੱਥੇ ਹੀ ਸ਼ਬਦ ਗੁਰੂ ਨਾਲ ਜੋੜਿਆ ਤੇ ਕਹਿਣਾ ਆ ਤੁਸੀਂ ਮਾਤਾ ਰਾਣੀ ਮੰਨਦੇ ਹੋ, ਕਿਤੇ ਗੁੱਗੇ ਮਾੜੀ ਨੂੰ ਮੰਨਦੇ ਹੋ, ਉਹ ਬੀਬੀਓ ਐਸਾ ਨਾ ਕਰੋ। ਆ ਹੁਣ ਆਮ ਤੁਸੀਂ ਦੇਖੋ ਆ ਗੁੱਗਾ ਨਾ ਤੇ ਬੀਬੀਆਂ ਛੇਵੀਆਂ ਦੇਸੀ ਘੋੜੀਆਂ ਬਣਾ ਕੇ ਜਾ ਕੇ ਉੱਥੇ ਚੜਾਉਂਦੀਆਂ। ਕਈ ਪੀਰਾਂ ਨੂੰ ਮੰਨਦੇ ਆ। ਦੁੱਖ ਉਸ ਵੇਲੇ ਆਉਂਦਾ ਹੈ, ਆਮ ਲੋਕਾਂ ਦੀ ਗੱਲ ਛੱਡੋ, ਜਦੋਂ ਗਲ ਗਾਤਰੇ ਪਾਏ ਹੁੰਦੇ ਤੇ ਪੀਰਖਾਨੇ ਤੇ ਜਾ ਮੱਥੇ ਟੇਕਦੇ, ਦੁੱਖ ਤੇ ਉਸ ਵੇਲੇ ਆਉਂਦਾ ਹੈ। ਬਾਕੀ ਦੀ ਗੱਲ ਛੱਡੋ, ਅਸੀਂ ਕਿਸੇ ਨੂੰ ਕੀ ਕਹਿਣਾ। ਮੁਸਲਮਾਨ ਵੀਰ ਕਿੰਨਾ ਕੁ ਮੰਨਦੇ ਆ ਭਾਈ? ਆ ਜਿਹੜੀਆਂ ਬਣੀਆਂ ਹੋਈਆਂ ਜਗ੍ਹਾ ਉਹ ਘੱਟ ਮੰਨਦੇ ਆ। ਵੈਸੇ ਅਸਲੀ ਮੁਸਲਮਾਨ ਇੱਕ ਖੁਦਾ ਨੂੰ ਮੰਨਦਾ। ਦੂਸਰੇ ਪਾਸੇ ਦੇਖੋ ਆਪਣੇ 'ਚ ਬੜੇ ਆ ਜਿਹੜੇ ਜਾ ਮੰਨਦੇ ਆ ਤੇ ਕਰਦੇ ਆ। ਬੀਬੀਆਂ ਦੇਸੀ ਘਿਓ ਦੀਆਂ ਸੇਵੀਆਂ ਬਣਾ ਕੇ ਉੱਥੇ ਮੱਥੇ ਟੇਕਦੀਆਂ ਨੇ। ਤੇ ਹੁਣ ਜਿਹਨੂੰ ਮੱਥਾ ਟੇਕੀ ਨਾ ਉਹਦੇ ਤੇ ਦਰਸ਼ਨ ਚਾਹੀਦੇ ਨੇ, ਪਰ ਆਂਦੀਆਂ ਨੇ ਭਾਗੀ ਭਰਿਆ ਦਰਸ਼ਨ ਨਾ ਦੇ। ਦਰਸ਼ਨ ਇਹ ਵੀ ਨਹੀਂ ਮੰਗਦੀਆਂ ਉਹਦੇ, ਇਹ ਕਹਿੰਦੇ ਭਾਗੀ ਭਰਿਆ ਦਰਸ਼ਨ ਨਾ ਦੇ। ਯਾਦ ਰੱਖੋ, ਜਿਹਨੂੰ ਮੰਨਾਂਗੇ, ਜਿਹਨੂੰ ਮੱਥਾ ਟੇਕਾਂਗੇ, ਉਹੀ ਬਣਾਂਗੇ। ਕਬੀਰ ਹਰ ਕਾ ਸਿਮਰਨ ਛਾੜ ਕੇ ਰਾਤ ਜਗਾਵਨ ਜਾਏ, ਸਰਪਨ ਹੋਏ ਕੈ ਔਤਰੈ ਜਾਏ ਆਪਣਾ ਖਾਏ। ਕਬੀਰ ਹਰ ਕਾ ਸਿਮਰਨ ਛਾੜ ਕੇ ਹੋਈ ਰਾਖੈ ਨਾਰ। ਪਰਮੇਸ਼ਰ ਦੀ ਬੰਦਗੀ ਛੱਡ ਦਿੱਤੀ। ਗਦਹੀ ਹੋਏ ਕੈ ਔਤਰੈ ਭਾਰ ਸਹਿ ਮਨ ਚਾਰ। ਦਰਖਤਾਂ ਨੂੰ ਮੱਥੇ ਟੇਕੋਗੇ ਦਰਖਤ ਬਣੋਗੇ, ਪੱਥਰਾਂ ਨੂੰ ਮੱਥੇ ਟੇਕੋਗੇ ਪੱਥਰ ਬਣੋਗੇ, ਸੱਪਾਂ ਨੂੰ ਮੱਥੇ ਟੇਕੋਗੇ ਸੱਪ ਬਣੋਗੇ। ਤੇ ਰਾਤ ਨੂੰ ਹੀ ਜਾ ਮੜੀਆਂ ਮਸਾਣੇ ਦੀਵੇ ਜਗਾਓਗੇ। ਤੁਸੀਂ ਦੇਖਿਆ, ਦਾਸ ਨੇ ਵੀ ਕਈ ਜਗ੍ਹਾ ਦੇਖਿਆ,
ਹਰ ਜਾਨਵਰ ਨੂੰ ਬੜੀ ਸੋਝੀ ਹੈ। ਇਹ ਠੀਕ ਹੈ, ਮਨੁੱਖ ਜਨਮ ਵਿੱਚ ਸਮਰੱਥ ਗੁਰੂ ਦੇ ਲੜ ਲੱਗ ਕੇ ਵੱਡੀਆਂ ਬਖਸ਼ਾਂ ਪ੍ਰਾਪਤ ਕਰ ਸਕਦਾ ਹੈ, ਪਰ ਆਮ ਤਾਂ ਬੰਦਿਆਂ ਨਾਲੋਂ ਜਾਨਵਰਾਂ ਨੂੰ ਬੜੀ ਸੋਝੀ ਹੈ। ਜਿੱਥੇ ਬਰਫ਼ ਪੈਂਦੀ ਹੈ, ਸਨੋਹ ਪੈਂਦੀ ਹੈ, ਉੱਥੋਂ ਦੇ ਰਿਛ ਤੇ ਜਾਨਵਰ ਪਤਾ ਠੰਡ ਆਉਣੀ ਹੈ, ਆਪਣੇ ਸਵਾਦ ਚੜ੍ਹਾ ਲੈਂਦੇ ਆ ਕਈ ਮਹੀਨੇ। ਲਓ, ਜੋਗੀਆਂ ਦਾ ਕੰਮ ਤੇ ਉਹ ਕਰ ਲੈਂਦੇ ਆ, ਉਹਨਾਂ ਨੂੰ ਪਤਾ ਹੈ। ਆ ਸਾਡੇ ਉੱਥੇ ਬਲੌਂਗੀ ਦੇ ਲਾਗੇ ਨਾ ਵੇਰਕਾ, ਤੇ ਉਹ ਨਦੀ ਵਾਲੇ ਪਾਸੇ ਉਹ ਜਦੋਂ ਕਈ ਦੁੱਧ ਦੀ, ਦਹੀਂ ਦੀ ਜਾਂ ਉਹ ਲੱਸੀ ਦੀ ਡੇਟ ਲੰਘ ਜਾਂਦੀ ਹੈ ਨਾ, ਤਾਂ ਕੰਧ ਤੋਂ ਸੁੱਟ ਦਿੰਦੇ ਆ। ਤੇ ਜਿਹੜੇ ਕੁੱਤੇ ਨੇ ਨਾ, ਉਹ ਚੈੱਕ ਕਰ ਲੈਂਦੇ ਆ। ਦੇਖੋ, ਸਿੰਘ ਕਹਿੰਦੇ ਜੀ ਕਿਵੇਂ? ਮੈਂ ਕਿਹਾ ਇਹ ਚੈੱਕ ਕਰ ਲੈਂਦੇ। ਕਹਿੰਦੇ ਕਿਵੇਂ ਚੈੱਕ? ਮੈਂ ਸੁੰਘਣ ਸ਼ਕਤੀ ਇਹਨਾਂ ਕੋਲ ਆ ਵੀ ਅਜੇ ਤੇ ਕੱਲ੍ਹ ਦੀ ਡੇਟ ਹੀ ਲੰਘੀ ਹੈ, ਇਹਨੂੰ ਖਾ ਸਕਦੇ ਹਫ਼ਤਾ, ਦੂਜਾ ਨਹੀਂ ਖਾਂਦੇ। ਉਹ ਵੇਖ ਲਓ, ਉਹਨਾਂ ਨੂੰ ਸੋਝੀ ਸਾਰਾ ਵੀ ਆਹ ਖਾਣਾ ਕਿ ਨਹੀਂ ਖਾਣਾ। ਤੇ ਉਹ ਕੁੱਤੇ ਜਿਹੜੇ ਆ, ਉਹਨਾਂ ਨੂੰ ਪਤਾ ਵੀ ਅੱਜ ਵੀਰਵਾਰ ਹੈ, ਧਿਆਨ ਦੇਣਾ। ਉਹ ਪਹਿਲਾਂ ਹੀ ਜਾ ਕੇ ਜਿੱਥੇ ਦੀਵੇ ਜਗਾਉਣ ਵਾਲੇ ਨਾ, ਪਿੱਛੇ ਹਟ ਕੇ ਬੈਠੇ ਰਹਿੰਦੇ ਆ ਵੀ ਪਾਓ ਚੰਗਾ ਤੇਲ। ਉਹ ਜਾਂਦੇ ਆ ਤੇ ਆਰਾਮ ਦੇ ਨਾਲ ਮੁੜ ਕੇ ਤੇਲ ਪੀ ਲੈਂਦੇ ਆ। ਉਹਨਾਂ ਕੁੱਤਿਆਂ ਨੂੰ ਤਾਂ ਕੁਛ ਹੋਇਆ ਨਹੀਂ, ਉਹ ਤਾਂ ਤਗੜੇ ਚੰਗੇ ਭਲੇ, ਇਹ ਡਰ ਡਰ ਕੇ ਮੱਥੇ ਟੇਕੀ ਜਾਂਦੇ ਆ। ਮੈਂ ਕਹਿ ਰਿਹਾ, ਸਤਿਕਾਰਯੋਗ ਬੀਜੀ ਇਹਨਾਂ ਕੰਮਾਂ ਤੋਂ ਹਟਾਉਂਦੇ ਸਨ। ਆ ਕੀ ਕਰਦੇ ਤੁਸੀਂ? ਇਹ ਸੋਝੀ ਹੈ। ਮੈਂ ਨਹੀਂ ਗਿਆ, ਜਿਹੜੇ ਗਏ ਨੇ ਤੁਹਾਡੇ ਚੋਂ ਦਾਸ ਛੋਟੇ ਵੀਰ ਭਾਈ ਪ੍ਰੀਤ ਸਿੰਘ ਸੰਗਤ, ਮਾਤਾ ਜੀ ਪਿਤਾ ਜੀ ਗਏ, ਹੋਰ ਗਏ, ਹੋਰ ਹੀ ਤੁਹਾਡੇ ਜਿਹੜੇ ਗਏ ਉਹਨਾਂ ਨੂੰ ਪਤਾ ਹੋਏਗਾ। ਭਗਤ ਕਬੀਰ ਜੀ ਦਾ ਜਿਹੜਾ ਘਰ ਹੈ ਨਾ, ਤੇ ਜਦੋਂ ਉੱਥੇ ਆਪਾਂ ਜਾਣਾ ਹੋਏ ਤੇ ਉਹ ਕਹਿੰਦੇ ਅਸੀਂ ਪੁੱਛਿਆ ਤੇ ਕਹਿੰਦੇ ਉਹ ਸਾਨ ਖੜਾ, ਇਹ ਤੁਹਾਨੂੰ ਆਪੇ ਲੈ ਜਾਏਗਾ। ਉਹ ਜਿਹੜੇ ਉੱਥੇ ਗਏ ਨੇ ਉਹਨਾਂ ਨੇ ਦੱਸਿਆ, ਮੈਂ ਨਹੀਂ ਅਜੇ ਉੱਥੇ ਗਿਆ। ਕਹਿੰਦੇ ਜਦੋਂ ਸੰਗਤ ਦੇਖੀ ਸਾਨ ਨੇ ਤੇ ਉਹਨੇ ਬੜਕ ਮਾਰੀ, ਅੱਗੇ ਚੱਲ ਪਿਆ। ਹਰ ਮੋੜ ਤੇ ਉਹ ਬੜਕ ਮਾਰਦਾ, ਬੋਲਦਾ ਵੀ ਹੁਣ ਮੋੜ ਹੈ। ਸਿੱਧਾ ਉੱਥੇ ਲੈ ਗਿਆ ਜਿੱਥੇ ਭਗਤ ਕਬੀਰ ਦਾ ਘਰ ਹੈ, ਤੇ 3 ਵਾਰ ਉੱਥੇ ਬੜਕ ਮਾਰ ਕੇ ਫਿਰ ਪਿੱਛੇ ਨੂੰ ਆ ਗਿਆ। ਕਹਿੰਦੇ ਇਹ ਸੰਗਤ ਨੂੰ ਲੈ ਕੇ ਜਾਂਦਾ। ਇੱਥੇ ਦੇਖੋ, ਜਿਹੜੇ ਸੰਗਤ ਨੂੰ ਤੋੜਦੇ ਆ ਉਹਨਾਂ ਨਾਲੋਂ ਤੇ ਉਹ ਜਾਨਵਰ ਚੰਗੇ ਆ ਪਿਆਰਿਓ, ਜਿਹੜੇ ਰਾਹ ਦੱਸਦੇ ਆ। ਉਹਨਾਂ ਨੂੰ ਸੋਝੀ ਹੈ। ਇਸ ਕਰਕੇ ਸਤਿਕਾਰਯੋਗ ਬੀਜੀ ਜੀ ਦਾ ਜੀਵਨ ਐਸਾ ਸੀ ਮਹਾਂਪੁਰਸ਼ਾਂ ਦੇ ਨਾਲ, ਤੇ ਉਹਨਾਂ ਦੇ ਇਹ ਸੀ ਕਿ ਸ਼ਬਦ ਗੁਰੂ ਦੇ ਨਾਲ ਜੁੜੋ, ਤੁਸੀਂ ਇਹ ਦਲਦਰ ਭਟਕੋ ਨਾ। ਉਹ ਲੜ ਸ਼ਬਦ ਗੁਰੂ ਦੇ ਲੱਗ ਜਾਓ, ਛੱਡੋ ਮੁਕੇ ਮਾੜੀਆਂ ਨੂੰ। ਸ਼ਬਦ ਗੁਰੂ ਦੇ ਲੱਗ ਜਾਓ ਵੀ, ਛੱਡੋ ਮੁਕੇ ਮਾੜੀਆਂ ਨੂੰ। ਹਰ ਸ਼ਬਦ ਗੁਰੂ ਦੇ ਲੱਗ ਜਾਓ, ਛੱਡੋ ਮੁਕੇ ਮਾੜੀਆਂ ਨੂੰ। ਹਰ ਸ਼ਬਦ ਗੁਰੂ ਦੇ ਲੱਗ ਜਾਓ, ਛੱਡੋ ਮੁਕੇ ਮਾੜੀਆਂ ਨੂੰ। ਹਰੇ ਸ਼ਬਦ ਗੁਰੂ ਦੇ ਲੱਗ ਜਾਓ, ਛੱਡੋ ਮੁਕੇ ਮਾੜੀਆਂ ਨੂੰ। ਹਰੇ ਸ਼ਬਦ ਗੁਰੂ ਦੇ ਲੱਗ ਜਾਓ, ਛੱਡੋ ਮੁਕੇ ਮਾੜੀਆਂ ਨੂੰ। ਉਹ ਲੜ ਸ਼ਬਦ ਗੁਰੂ ਦੇ ਲੱਗ ਜਾਓ ਜੀ, ਛੱਡੋ ਮੁਕੇ ਮਾੜੀਆਂ ਨੂੰ। ਸ਼ਬਦ ਗੁਰੂ ਦੇ ਲੱਗ ਜਾਓ, ਛੱਡੋ ਮੁਕੇ ਮਾੜੀਆਂ ਨੂੰ। ਲੜ ਸ਼ਬਦ ਗੁਰੂ ਦੇ ਲੱਗ ਜਾਓ, ਛੱਡੋ ਮੁਕੇ ਮਾੜੀਆਂ ਨੂੰ। ਉਹ ਲੜ ਸ਼ਬਦ ਗੁਰੂ ਦੇ ਲੱਗ ਜਾਓ, ਛੱਡੋ ਮੁਕੇ ਮਾੜੀਆਂ ਨੂੰ। ਹਰੇ ਸ਼ਬਦ ਗੁਰੂ ਦੇ ਲੱਗ ਜਾਓ, ਛੱਡੋ ਮੁਕੇ ਮਾੜੀਆਂ ਨੂੰ। ਹਰੇ ਸ਼ਬਦ ਗੁਰੂ ਦੇ ਲੱਗ ਜਾਓ, ਛੱਡੋ ਮੁਕੇ ਮਾੜੀਆਂ ਨੂੰ। ਐਸਾ ਪ੍ਰਚਾਰ, ਤੇ ਜਿੱਥੇ ਪਖੰਡ ਹੋਣਾ ਉਹਨੂੰ ਜਾ ਕੇ ਦੂਰ ਕਰਨਾ। ਯੂਪੀ ਦੀ ਗੱਲ ਹੈ, ਇੱਧਰ ਪੰਜਾਬ ਦੀ ਵੀ ਨਾਲ ਮਿਲਦੀ ਹੈ। ਇਹ ਜੀ ਬਾਬਾ ਦੀਪ ਸਿੰਘ ਆ ਰਹੇ ਹੈ, ਮਹਾਂਪੁਰਸ਼ ਤੇ ਬੀਜੀ ਚਲੇ ਗਏ,
ਤੇ ਉਹ ਜਿਹੜੀ ਬੀਬੀ ਪਖੰਡ ਕਈ ਭਾਈ ਪਖੰਡ ਕਰਦੇ, ਬੀਬੀ ਸਾਰਾ ਜਿਹੜਾ ਮੇਰਾ ਕੰਮ ਚੱਲੀ ਜਾਂਦਾ। ਸਾਡੀ ਵੱਡੀ ਸੱਕੀ ਭੈਣ ਤੇ ਉਹਦੀ ਨਨਾਣ ਸੀ ਤੇ ਉਹਦੇ ਘਰ ਕਈ ਸਾਲ ਔਲਾਦ ਨਾ ਹੋਈ ਤੇ ਕਿਸੇ ਸਿਆਣੇ ਕੋਲ ਸੱਸ ਲੈ ਗਈ ਤੇ ਉਹ ਜਿਹੜਾ ਸਿਆਣਾ ਸੀ ਨਾ ਕਮਲਾ, ਉਹਨੂੰ ਪਤਾ ਨਹੀਂ ਸੀ। ਉਹ ਆਂਦਾ ਇਹਦੀ ਵੱਡੀ ਭਰਜਾਈ ਨੇ ਕੁਝ ਕੀਤਾ ਹੈ ਤੇ ਉਹਦੀ ਵੱਡੀ ਭਰਜਾਈ ਸਾਡੀ ਸੱਕੀ ਭੈਣ ਅੰਮ੍ਰਿਤਧਾਰੀ। ਤੇ ਜਦੋਂ ਉਹਨੂੰ ਪਤਾ ਲੱਗ ਗਿਆ, ਅਸੀਂ ਸੁਨਾਹ ਘੱਲ ਦਿੰਦਾ ਵੀ ਆ ਰਹੇ ਆ ਤੇ ਤਰਲੇ ਕਰੇ ਵੀ ਤੇ ਲੋਕਾਂ ਨੂੰ ਸਾਨੂੰ ਕੀ ਪਤਾ ਵੀ ਇਹਦੀ ਭਰਜਾਈ ਤੁਹਾਡੀ ਭੈਣ ਹੈ। ਆਹ ਹਾਲ ਹੈ ਲੋਕਾਂ ਦਾ। ਉਹ ਕਹੇ ਮੇਰੀ ਭਰਜਾਈ ਅੰਮ੍ਰਿਤਧਾਰੀ ਮਾਵਾਂ ਵਰਗੀ ਹੈ, ਮੈਂ ਛੋਟੀ ਹੈ। ਗੱਲ ਨਹੀਂ ਨਹੀਂ ਤੈਨੂੰ ਕੀ ਪਤਾ। ਐਸੇ ਹਾਲ। ਉਹ ਬੀਬੀ ਜਿਹੜੀ ਪਖੰਡ ਕਰਦੀ ਸੀ ਉੱਥੇ ਮਹਾਂਪੁਰਸ਼ ਤੇ ਬੀਜੀ ਚਲੇ ਗਏ। ਉਹ ਬੀਬੀ ਨੇ ਕਮਰ ਕੱਸਾ ਕੀਤਾ, ਐ ਫੜ ਕੇ ਕਿਰਪਾਨ ਤੇ ਗੱਤਕਾ ਜਿਹਾ ਖੇਡਣ ਲੱਗ ਪਈ। ਮਹਾਂਪੁਰਸ਼ਾਂ ਨੂੰ ਕਹਿੰਦੀ ਅਸੀਂ ਤੁਹਾਡੇ ਤੇ ਬੜੇ ਖੁਸ਼ ਹਾਂ, ਤੁਸੀਂ ਪ੍ਰਚਾਰ ਕਰ ਰਹੇ ਹੋ, ਇਹ ਹੈ ਉਹ ਹੈ, ਅਸੀਂ ਬੜੇ ਖੁਸ਼ ਹਾਂ। ਵੀ ਕੌਣ ਬੋਲਦੇ ਹੋ ਜੀ? ਬਾਬਾ ਦੀਪ ਸਿੰਘ। ਲੈ ਬਾਬਾ ਦੀਪ ਸਿੰਘ ਕੋਈ ਥਾਂ ਹੀ ਨਹੀਂ ਮਿਲਿਆ। ਹੋਰ ਕਮਾਲ ਹੈ। ਹੈਰਾਨ ਹੋ ਜੇ ਤਾਂ ਬਾਰੇ ਬਾਰੇ ਜਾਈਏ ਮੰਨਣ ਵਾਲਿਆਂ ਤੋਂ। ਬਾਬਾ ਦੀਪ ਸਿੰਘ ਨੂੰ ਕੀ ਸਮਝਦੇ ਹੋ? ਸ਼ਹੀਦਾਂ ਨੂੰ ਕੀ ਸਮਝਦੇ ਹੋ? ਮਹਾਂਪੁਰਸ਼ ਕਹਿੰਦੇ ਅੱਛਾ ਤੁਸੀਂ ਬਾਬਾ ਦੀਪ ਸਿੰਘ ਬੋਲਦੇ ਹੋ, ਇਉਂ ਕਰੋ ਫਿਰ ਜਾਪ ਸਾਹਿਬ ਸੁਣਾ ਦਿਓ। ਮਹਾਂਪੁਰਸ਼ ਕਹਿੰਦੇ ਬੀਜੀ ਨਾਲ ਸੀਗੇ। ਹੁਣ ਜਾਪ ਸਾਹਿਬ ਉਹਨੂੰ ਤੇ ਜਪਜੀ ਸਾਹਿਬ ਤੇ ਮੂਲ ਮੰਤਰ ਤੱਕ ਨਹੀਂ ਸੀ ਆਉਂਦਾ, ਉਹਨੇ ਜਾਪ ਸਾਹਿਬ ਕਿੱਥੋਂ ਸੁਣਾਉਣਾ ਸੀ? ਮਹਾਂਪੁਰਸ਼ ਕਹਿੰਦੇ ਭੁੱਲ ਗਏ ਜਾਪ ਸਾਹਿਬ ਬਾਬਾ ਦੀਪ ਸਿੰਘ ਜੀ। ਬੀਜੀ ਕਹਿੰਦੇ ਕੁੜੀ ਅੱਖਾਂ ਖੋਲ, ਪਖੰਡ ਨਾ ਕਰ, ਸਿੱਧਾ ਹੀ ਛੱਡ ਦੇ ਆ ਪਖੰਡ ਜਿਹਾ, ਅੱਜ ਤੋਂ ਬਾਹਰ ਨਾ ਕਰੀ ਮਾਰੀ। ਇਸ ਤਰ੍ਹਾਂ ਜਿੱਥੇ ਹੁੰਦਾ ਸੀ ਉੱਥੇ ਪਹੁੰਚਦੇ ਸੀਗੇ। ਉਹਨਾਂ ਲੋਕਾਂ ਨੂੰ ਜਿਹੜੇ ਕਿਰਾਏ ਪਏ ਸੀ ਉਹਨਾਂ ਨੂੰ ਕਹਿੰਦੇ ਦੇਖੋ ਬਾਣੀ ਨਾਲ ਜੁੜੋ। ਬੜੇ ਭਰਮ ਭੁਲੇਖੇ ਹੈ ਪਿਆਰਿਓ। ਦਾਸ ਕਈ ਵਾਰ ਕਹਿੰਦਾ ਜਿਹੜੇ ਕਹਿੰਦੇ ਸਿਆਣਿਆਂ ਕੋਲ ਚੱਲੇ ਆ, ਕਿਹਾ ਕਰੋ ਕਮਲਿਆਂ ਕੋਲ ਕਮਲੇ ਹੋ ਕੇ ਚੱਲੇ ਆ। ਪੰਜਾਬ 'ਚ ਇੱਕ ਬੰਗਾਲੀ ਸੀ, ਬੜੀ ਦੇਰ ਦੀ ਗੱਲ ਹੈ। ਉਹ ਜਦੋਂ ਕੋਈ ਆਉਂਦਾ ਸੀ ਨਾ, ਉਹ ਸਿਆਣਾ ਖਵਾਉਂਦਾ ਸੀ ਆਪਣੇ ਆਪ ਨੂੰ, ਤੇ ਉਹਨੇ ਇੱਕ ਸੈੱਟ ਜਿਹਾ ਰੱਖਿਆ ਸੀ, ਕਹਿਣਾ ਇੱਥੇ ਉਂਗਲ ਰੱਖ ਘੁਮਾ, ਕਹਿਣਾ ਇਹਦੇ ਥੱਲੇ ਆਹ ਨੰਬਰ ਹੈਗਾ, ਉਹੀ ਆਉਣਾ, ਬੰਦੇ ਨੂੰ ਮਗਰ ਲਾ ਲੈਣਾ। ਤੇ ਇੱਕ ਤਹਿਸੀਲਦਾਰ ਚਲਾ ਗਿਆ ਤੇ ਉਹਨੇ ਪਿਆ ਵੀ ਆ ਇੱਥੇ ਰੱਖ ਉਂਗਲ ਘੁਮਾ ਤੇ ਆਹ ਨੰਬਰ ਆ ਹਾਂਜੀ। ਤੇ ਹੁਣ ਤਹਿਸੀਲਦਾਰ ਪੜ੍ਹਿਆ ਲਿਖਿਆ ਤੇ ਤਹਿਸੀਲਦਾਰ ਪਤਾ ਕੀ ਪੁੱਛਦਾ? ਬਾਬਾ ਜੀ ਮੇਰੀ ਘਰ ਵਾਲੀ ਮੇਰੇ ਨਾਲ ਕਿਉਂ ਲੜਦੀ ਹੈ? ਮੇਰੀ ਘਰ ਵਾਲੀ ਮੇਰੇ ਨਾਲ ਕਿਉਂ ਲੜਦੀ ਹੈ? ਤੇ ਬਾਬੇ ਨੇ ਪਤਾ ਕੀ ਆਖਿਆ? ਉਹ ਬਾਬਾ ਕਹਿੰਦਾ ਪਖੰਡੀ ਕਹਿੰਦਾ ਪਿਛਲੇ ਜਨਮ ਵਿੱਚ ਤੂੰ ਸ਼ਿਕਾਰੀ ਸੀ, ਇਹ ਹਰਨੀ ਸੀ, ਤੂੰ ਮਾਰੀ ਹੈ ਗੋਲੀ ਇਹਨੂੰ, ਉਹਦਾ ਬਦਲਾ ਲੈ ਰਹੀ। ਲੈ ਪਾਤਾ ਸਿਆਪਾ। ਅੱਗੇ ਤੈਨੂੰ ਇਹ ਸੀ ਮੇਰਾ ਘਰ ਵਾਲਾ, ਹੁਣ ਸਮਝ ਆਇਆ ਨੇ ਮੈਨੂੰ ਗੋਲੀ ਮਾਰੀ, ਹੁਣ ਖਾ ਲੈ ਪੱਕੀਆਂ ਉਹਦੀਆਂ। ਆਪ ਸਿਆਪੇ ਪਾਉਂਦੇ ਆ ਸਿਆਣੇ ਆ, ਬਚੋ ਇਹਨਾਂ ਤੋਂ। ਜੇ ਉਹ ਸਿਆਣਾ ਕੋਈ ਦੱਸੇ ਨਾ ਤੇ ਕਹਿਣਾ ਇਹਦੇ ਕੋਲ ਬਸ ਕੁਛ ਵੀ ਨਹੀਂ, ਐਵੇਂ ਆ। ਆਪਣੇ ਸਿੰਘ ਹੈ ਭਾਈ ਨਰਿੰਦਰ ਸਿੰਘ ਯੂਪੀ, ਉਹ ਸੁਰਪਾਸ਼ ਦੀ ਕਥਾ ਵੀ ਕਰਦੇ ਆ, ਚੰਗੇ ਆ। ਤੇ ਕਾਂਸ਼ੀਪੁਰ ਦੇ ਲਾਗੇ, ਅਬਦਲਗੜ੍ਹ ਦੇ ਲਾਗੇ ਦੀ ਗੱਲ ਹੈ। ਤੇ ਕਾਫੀ ਸਾਲਾਂ ਦੀ ਗੱਲ, ਇੱਕ ਬਾਬਾ ਉਹਨੇ ਲੈਣਾ 6,500 ਜਾਂ 13,000 ਰੁਪਈਆ। ਤੇ ਜਿਹੜਾ ਕੋਈ ਬਿਮਾਰ ਰੋਗੀ ਜਾਂ ਕੁਛ ਹੋਣਾ, ਉਹਦੇ ਹੱਥ ਤੇ ਉਹ 5 ਪੈਸੇ ਦਾ 10 ਪੈਸੇ ਦਾ ਸਿੱਕਾ ਰੱਖਣਾ ਤੇ ਕਹਿਣਾ ਵੀ ਮੁੱਠ ਮੀਟ ਮੈਂ ਪੜਾਂਗਾ ਮੰਤਰ, ਜੇ ਇਹ ਰਾਖ ਹੋ ਗਿਆ ਤੇ ਸਮਝ ਤੇਰਾ ਕੀਤਾ ਕਰਿਆ ਸਭ ਕੁਝ ਖਤਮ ਹੋ ਗਿਆ। ਤੇ ਉਹਨੇ ਹੱਥ 'ਚ ਐਸਾ ਕੁੱਟਣਾ, ਥੋੜ੍ਹੀ ਦੇਰ ਬਾਅਦ ਉਹ ਰਾਖ ਹੋ ਜਾਣੀ। ਹੁਣ ਉਹਦਾ ਰਿਸ਼ਤੇਦਾਰ ਸੀ, ਜਦੋਂ ਸਿਆਣੇ ਨੇ ਉਹ ਕਮਰੇ ਨੇ ਕੰਮ ਕੀਤਾ ਤੇ ਇਹ ਲੈ ਗਿਆ ਉਹਨੂੰ ਅੰਦਰ, ਕਹਿੰਦਾ ਲੈ ਤੂੰ ਹੱਥ ਕਰ। ਉਹਨੇ ਵੀ ਰੱਖੇ ਸੀ 5 ਪੈਸੇ 10 ਜੇਬ ਵਿੱਚ, ਮੈਂ ਸਵਾਹ ਕਰਨਾ। ਉਹਨੇ ਸਮਝ ਗਿਆ, ਆਂਦਾ ਜਿੰਨੇ ਤੇਰੇ ਰਿਸ਼ਤੇਦਾਰਾਂ ਦਿੱਤੇ ਦੂਣੇ ਲੈ ਲੈ, ਦੱਸੀ ਨਾ ਕਿਸੇ ਨੂੰ। ਹੁਣ ਹੁੰਦਾ ਕੀ ਹੈ, ਉਹ ਕੁਝ ਲਾਈਦਾ ਮੈਂ ਦੱਸਣਾ ਨਹੀਂ ਤੇ ਤੁਸੀਂ ਨਾ ਕਿਤੇ ਕੰਮ ਕਰ ਲੱਗ ਪਏ। ਉਹ ਕੈਮੀਕਲ ਕੁਛ ਕਹਿੰਦਾ, ਉਹ ਲਾਓ ਤੇ ਅਗਲੇ ਦੇ ਹੱਥ ਰੱਖੋ, ਹੱਥ ਦੀ ਗਰਮੀ ਦੇ ਨਾਲ ਉਹਨੇ ਰਾਖ ਬਣ ਜਾਣਾ, ਅਗਲੇ ਤੇ ਅਸਰ ਪੈ ਜਾਂਦਾ। ਇਹ ਸਿਆਣੇ ਨਹੀਂ ਕਮਲੇ ਨੇ। ਮੇਰੇ ਸਾਹਿਬ ਕਹਿੰਦੇ ਗੁਰ ਕੀ ਮਾਤੂ ਲੇਹ ਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਮਹਾਂਪੁਰਸ਼ ਤਾਂ ਬੀਜੀ ਦੀ ਯਾਦ ਮਨਾ ਰਹੇ ਹਾਂ, ਧੰਨ ਗੁਰੂ ਗ੍ਰੰਥ ਸਾਹਿਬ ਦਾ ਗੁਰਗੱਦੀ ਦਿਵਸ ਮਨਾ ਰਹੇ ਹਾਂ। ਕੁਛ ਪੱਲੇ ਬਣ ਕੇ ਜਾਈਏ। ਪਿਛਲਾ ਜੀਵਨ ਨਿਕਲ ਗਿਆ, ਅਗਲਾ ਵੀ ਇਸ ਤਰ੍ਹਾਂ ਨਿਕਲ ਜਾਣਾ ਜੇ ਪਿਆਰਿਓ। ਹਮ ਆਦਮੀ ਹੈ ਇੱਕ ਦਮੀ, ਮੋਹਤ ਮੋਹਤ ਨਾ ਜਾਣਾ।
कित्थे गया बचपन, कित्थे गई जवानी, कित्थे गए सालां दे साल। जैसा सुपना रैन का, जैसा सुपना रैन का तैसा संसार। कदी महापुरुष शरीर करके कीर्तन करदे बैठदे ते अज किन्ने साल हो गए साने कि चढ़ाई कीते सी, अभी आ गया। देखो लंघदा जा रहा समा, कदी पता सी समय आने, समा लंघ जा रहा। बाकी उम्र नूं संभालीए। महापुरुषां दी जिंदगी दा निचोड़ जिथे आप जपया जपाया उत्थे शब्द गुरु दे लड़ लाया ते उही प्रचार बीजे ने किया। धन गुरु 10वें पातशाह महाराज जी ने जो उपदेश दिता है, वो उपदेश संसार नूं दस्या कि साडे गुरु दा आप उपदेश है। 10वें पातशाह ने गुरु ग्रंथ साहिब नूं मत्था टेकिया, 5 पैसे नारे रख के 5 सिंह ताबिया खड़े करके ते हुक्म कीता बाणी गुरु गुरु है बाणी विच बाणी अमृत सारे गुरबाणी कहे सेवक जन मानै पर तख गुरु निस्तारे। आज्ञा पई अकाल की तबै चलायो पंथ सब सिखन को हुक्म है गुरु मान्यो ग्रंथ। ते सारे खालसे नूं आ हुक्म है। ओ जपो खालसा तुसी जागदी जोत, जपो खालसा तुसी जागदी जोत। ओ जपो खालसा तुसी जागदी जोत, ओ जपो खालसा तुसी जागदी जोत। जपो खालसा तुसी जागदी जोत, जपो खालसा तुसी जागदी जोत। ओ जपो खालसा, जपो खालसा तुसी जागदी जोत, जपो खालसा तुसी जागदी जोत। ओ जपो खालसा तुसी जागदी जोत, जपो खालसा तुसी जागदी जोत। जपो खालसा तुसी जागदी जोत, जपो खालसा तुसी जागदी जोत। जागदी जोत नूं, जागदी जोत नूं, जागदी जोत नूं, जागदी जोत नूं, जागदी जोत लो, जागदी जोत, जागदी जोत लो, जागदी जोत। जागदी जोत लो, जागदी जोत लो, जागदी जोत लो, जागदी जोत लो। जागदी जोत नूं, जागदी जोत, जागदी जोत नूं, जागदी जोत ओ जागदी जोत लो, जागदी जोत, ओ जागदी जोत लो, जागदी जोत। जागदी जोत लो, जागदी जोत लो, जागदी जोत लो, जागदी जोत। जपो खालसा तुसी जागदी जोत, जपो खालसा तुसी जागदी जोत। जपो खालसा तुसी जागदी जोत, जपो खालसा तुसी जागदी जोत। जपो खालसा तुसी जागदी जोत लो, जपो खालसा तुसी जागदी जोत लो। जागत जोत जपै निश्वास एक बिना मन एक न मानै। पूर्ण प्रेम प्रतीत सजै बरत गोर मरी मट भूल मारै। तीर्थ दान दया तप संयम एक बिना नहीं एक बिशाना।
को हुक्म है गुरु मान्यो ग्रंथ। बाणी गुरु गुरु है बाणी विच बाणी अमृत सारे। बाणी है सेवक जन मन तक गुरु निस्तारे। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਤਿੰਨ ਸਰੂਪ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇੱਥੇ ਆਪਣੇ ਦੱਸਿਆ ਉਸ ਵੇਲੇ ਸਾਧ ਸੰਗਤ ਜੀ। ਤਿੰਨ ਸਰੂਪ। ਭਾਈ ਨੰਦ ਲਾਲ ਜੀ ਨੇ ਬੇਨਤੀ ਕੀਤੀ, ਬਾਅਦ ਵਿੱਚ ਇਤਿਹਾਸਕਾਰ ਭਾਈ ਨੰਦ ਸਿੰਘ ਵੀ ਕਹਿੰਦੇ ਉਹਨਾਂ ਨੂੰ। ਮਹਾਂਪੁਰਸ਼ਾਂ ਪਾਸੋਂ ਆਪ ਜੀ ਸਰਵਣ ਕਰ ਰਹੇ ਸੀ ਨਾ ਕਿ ਮੈਂ ਨੰਦ ਲਾਲ ਦਾਸ ਨੰਦ ਲਾਲ ਨਹੀਂ। ਇੱਥੇ ਤੇ ਬਖਸ਼ਿਸ਼ ਉਹਦੇ ਤੇ ਹੋਣੀ ਹੈ, ਕਬੀਰ ਹਰਜਨ ਐਸਾ ਚਾਹੀਏ ਜੈਸਾ ਹਰਿ ਹੀ ਹੋਏ। ਪਹਿਲਾਂ ਰੋੜੇ ਦੀ ਮਿਸਾਲ ਹੈ, ਖੇ ਦੀ ਮਿਸਾਲ ਹੈ, ਪਾਣੀ ਦੀ ਮਿਸਾਲ ਹੈ, ਪਰ ਖੀਰ ਤੇ ਕਹਿੰਦੇ ਨਹੀਂ ਤੇਰੀ ਕੋਈ ਹੋਂਦ ਹੋਣੀ ਨਹੀਂ ਚਾਹੀਦੀ, ਹੋਣੀ ਨਹੀਂ ਚਾਹੀਦੀ। ਦਸਮ ਪਾਤਸ਼ਾਹ ਮਹਾਰਾਜ ਬੈਠੇ ਨੇ ਤੇ ਨੇੜੇ ਬੈਠੇ ਭਾਈ ਨੰਦ ਲਾਲ ਜੀ ਤੇ ਮਾਤਾ ਜੀ ਸੱਚੇ ਪਾਤਸ਼ਾਹ ਦਸਮ ਪਾਤਸ਼ਾਹ ਜੀ ਨੂੰ ਪ੍ਰਸ਼ਾਦਾ ਛਕਾ ਰਹੇ ਨੇ ਤੇ ਬੈਠਾ ਕੂਕਰ ਤੇ ਦਸਮ ਪਾਤਸ਼ਾਹ ਜੀ ਨੇ ਆਪਣੇ ਲੰਗਰ ਵਿੱਚੋਂ ਪ੍ਰਸ਼ਾਦ ਵਿੱਚੋਂ ਗਰਾਈ ਪਾਈ ਉਸ ਕੂਕਰ ਨੂੰ ਤੇ ਭਾਈ ਨੰਦ ਲਾਲ ਨੇ ਦੇਖਿਆ ਤੇ ਹੱਥ ਜੋੜ ਕੇ ਕਿਹਾ, ਸੱਚੇ ਪਿਤਾ ਸਤਿਗੁਰੂ ਮੈਨੂੰ ਵੀ ਆਪਣੇ ਦਰ ਘਰ ਦਾ ਕੂਕਰ ਸਮਝ ਲਓ, ਜਿਵੇਂ ਇਹਨੂੰ ਗਰਾਈ ਦਿੱਤੀ ਹੈ ਨਾ ਮੈਨੂੰ ਵੀ ਪ੍ਰਸ਼ਾਦ ਦੇ ਦਿਓ, ਮੈਨੂੰ ਵੀ ਦਰ ਘਰ ਦਾ ਕੂਕਰ ਸਮਝ ਲਓ। ਤੇ ਦਸਮ ਪਾਤਸ਼ਾਹ ਜੀ ਨੇ ਕੀ ਕਿਹਾ? ਕਹਿੰਦੇ ਨੰਦ ਲਾਲ ਤੂੰ ਕੂਕਰ ਦੀ ਬਰਾਬਰੀ ਕਿਵੇਂ ਕਰ ਸਕਦਾ? ਲੈ ਦੱਸੋ। ਤੇ ਮਹਾਂਪੁਰਸ਼ ਕਹਿੰਦੇ ਨਾ ਕਈ ਕਹਿਣਗੇ ਅਸੀਂ ਕੁੱਤੇ ਆ ਗੁਰੂ ਘਰ ਦੇ, ਕੂਕਰ ਆ ਅਸੀਂ, ਪਰ ਪਿਆਰੇ ਬਾਹਰੋਂ ਬਾਹਰੋਂ ਔਖਾ ਹੈ। ਹੋ ਸਭਨਾ ਕੀ ਰੇਣਕਾ ਤਾਂ ਉਹ ਹਮਾਰੇ ਪਾਸ ਪੜ੍ਹਦੇ ਆ ਸੁਣਦੇ ਆ, ਪਰ ਬਣਨਾ ਔਖਾ ਹੈ। ਕਹਿੰਦੇ ਨੰਦ ਲਾਲ ਹੁਣ ਭਾਈ ਨੰਦ ਲਾਲ ਦੇ ਤੇ ਨਿਮਰਤਾ ਵਾਲੀ ਬੇਨਤੀ ਹੈ ਕਿ ਮੈਨੂੰ ਆਪਣੇ ਦਰ ਘਰ ਦਾ ਕੂਕਰ ਸਮਝ ਲਓ, ਜਿਵੇਂ ਇਹਦੇ ਤੇ ਕਿਰਪਾ ਕੀਤੀ ਹੈ ਤੇ ਮੈਨੂੰ ਵੀ ਆ ਪ੍ਰਸ਼ਾਦ ਸੀਤ ਪ੍ਰਸ਼ਾਦ ਬਖਸ਼ ਦਿਓ। ਤੇ ਸਾਹਿਬ ਕਹਿੰਦੇ ਤੂੰ ਕੂਕਰ ਦੀ ਬਰਾਬਰੀ ਕਿਵੇਂ ਕਰ ਲੇਗਾ ਭਾਈ? ਲੈ ਹੈਂ ਤੂੰ ਕਿਵੇਂ ਬਣ ਗਿਆ ਕੂਕਰ? ਜਿਹੜਾ ਅਗਲਾ ਬਚਨ ਮੇਰੇ ਦਸਮ ਪਾਤਸ਼ਾਹ ਨੇ ਕਿਹਾ, ਕਹਿੰਦੇ ਕੂਕਰ ਨੇ ਮੰਗਿਆ ਨਹੀਂ, ਤੂੰ ਮੰਗ ਰਿਹਾ ਇਸ ਕਰਕੇ ਤੂੰ ਇਹਦੇ ਬਰਾਬਰ ਨਹੀਂ। ਦੇਖੋ ਕੂਕਰ ਨੇ ਮੰਗਿਆ ਨਹੀਂ, ਤੂੰ ਮੰਗ ਰਿਹਾ ਹੈ। ਉਹ ਭਾਈ ਨੰਦ ਲਾਲ ਫਿਰ ਸਤਿਗੁਰ ਦੀ ਨਜ਼ਰ ਦ੍ਰਿਸ਼ਟੀ ਹੋਈ, ਕਿਸ ਅਵਸਥਾ ਨੂੰ ਪ੍ਰਾਪਤ ਹੋਏ ਪਿਆਰਿਆ। ਸ੍ਰੀ ਨਨਕਾਣਾ ਸਾਹਿਬ ਦੇ ਹੈਠ ਗ੍ਰੰਥੀ ਸਤਿਕਾਰਯੋਗ ਗਿਆਨੀ ਰਣਜੀਤ ਸਿੰਘ ਜੀ ਪਾਸ ਬਿਰਧ ਅਵਸਥਾ ਵਿੱਚ ਉਹ ਯੂਪੀ ਕਥਾ ਕਰਨ ਜਾਇਆ ਕਰਦੇ ਤੇ ਦਾਸ ਨੇ ਸੁਣੀ ਭਾਈ ਨੰਦ ਲਾਲ ਦੀਆਂ ਗਜ਼ਲਾਂ। ਗਿਆਨੀ ਸੰਤ ਮਸਕੀਨ ਨੂੰ ਦੁਨੀਆ ਮੰਨਦੀ ਹੈ, ਪਰ ਗਿਆਨੀ ਸੰਤ ਸਿੰਘ ਜੀ ਮਸਕੀਨ ਦੋ ਗੁਰਮੁਖਾਂ ਦਾ ਜ਼ਿਕਰ ਇੱਕ ਜਗ੍ਹਾ ਕਰਦੇ ਆ। ਕਹਿੰਦੇ ਅੱਜ ਤੇ ਸ਼ਾਮ ਨੂੰ ਕੱਚ ਸੁਣ ਕੇ ਸਵੇਰੇ ਕੋਈ ਕਥਾ ਕਰਨ ਲੱਗ ਪੈਂਦਾ, ਸਵੇਰ ਦੀ ਸ਼ਾਮ ਨੂੰ ਕੱਚ ਸੁਣ ਕੇ, ਪਰ ਕਹਿੰਦੇ ਕਥਾਕਾਰ ਸਨ ਗਿਆਨੀ ਮਾਨ ਸਿੰਘ ਜੀ ਚੌਰ ਤੇ ਗਿਆਨੀ ਰਣਜੀਤ ਸਿੰਘ ਜੀ ਪਾਸ, ਉਹਨਾਂ ਦਾ ਜ਼ਿਕਰ ਕਰਦੇ ਆ। ਵੇਖੋ ਵਿਦਵਾਨ ਦੀ ਕਦਰ ਕਰਦਾ। ਇੰਨੀ ਬਾਣੀ ਯਾਦ ਭਾਈ ਨੰਦ ਲਾਲ ਦੀਆਂ ਗਜ਼ਲਾਂ ਪੜ੍ਹ ਪੜ੍ਹ ਕੇ ਉਹਦੇ ਅਰਥ ਕਰਨੇ ਪਾਰਸੀ ਜੀ ਨੇ। ਪਿਆਰਿਓ ਉਸ ਭਾਈ ਨੰਦ ਲਾਲ ਤੇ ਕਿੰਨੀ ਕਿਰਪਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ, ਤੇ ਕੀ ਬੇਨਤੀ ਕਰਦੇ ਹੈ, ਤੁਮ ਜੋ ਕਹਾ ਗੁਰਦੇਵ ਜੀ ਦਰਸ਼ਨ ਕਰ ਮੋਹਿ ਆਏ, ਲਿਖੀਏ ਤੁਮਾਰਾ ਦਰਸ਼ ਕਹਾਂ ਕਹੋ ਮੋਹਿ ਸਮਝਾਏ। ਸੱਚੇ ਪਾਤਸ਼ਾਹ ਤੁਹਾਡੇ ਕਿਹੜੇ ਰੂਪ ਨੇ, ਮੈਨੂੰ ਦੱਸੋ ਕਿਰਪਾ ਕਰਕੇ, ਕਿਸ ਰੂਪ ਵਿੱਚ ਤੁਸੀਂ ਦਰਸ਼ਨ ਦਿਓਗੇ ਸਦਾ? ਆਹ ਜਿਹੜਾ ਸਰੀਰ ਹੈ ਇਹ ਤੇ ਸਮੇਂ ਸਮੇਂ ਗੁਰੂ ਸਾਹਿਬ ਨੇ ਭਾਣੇ ਵਰਤਾਏ ਨੇ, ਤੇ ਆਪ ਜੀ ਕਿਵੇਂ ਕਿਰਪਾ ਕਰੋਗੇ? ਆਪ ਬੇਨਤੀ ਕਰਦੇ ਆ। ਉਹ ਦਸੀ ਸਤਿਗੁਰੂ ਕਿਹੜੇ ਕਿਹੜੇ ਰੂਪ ਤੇਰੇ, ਦਸੀ ਮਾਲਕਾ ਕਿਹੜੇ ਕਿਹੜੇ ਰੂਪ ਤੇਰੇ। ਸਤਿਗੁਰੂ ਕਿਹੜੇ ਕਿਹੜੇ ਰੂਪ ਤੇਰੇ, ਦਸੀ ਮਾਲਕਾ ਕਿਹੜੇ ਕਿਹੜੇ ਰੂਪ ਤੇਰੇ। ਸਤਿਗੁਰੂ ਕਿਹੜੇ ਕਿਹੜੇ
ਸਤਿਗੁਰੂ ਦਸੀ ਮਾਲਕਾ ਦਸੀ ਦਾਤਿਆ ਕਿਹੜੇ ਕਿਹੜੇ ਰੂਪ ਤੇਰੇ ਦਸੀ ਮਾਲਕਾ ਕਿਹੜੇ ਕਿਹੜੇ ਰੂਪ ਤੇਰੇ ਦਸੀ ਮਾਲਕਾ ਕਿਹੜੇ ਕਿਹੜੇ ਰੂਪ ਤੇਰੇ ਦਸੀ ਮਾਲਕਾ ਕਿਹੜੇ ਕਿਹੜੇ ਰੂਪ ਤੇਰੇ ਸਤਿਗੁਰੂ ਕਿਹੜੇ ਕਿਹੜੇ ਰੂਪ ਤੇਰੇ ਦਸੀ ਮਾਲਕਾ ਕਿਹੜੇ ਕਿਹੜੇ ਰੂਪ ਤੇਰੇ ਕਿਹੜੇ ਰੂਪ ਤੇਰੇ ਕਿਹੜੇ ਕਿਹੜੇ ਰੂਪ ਤੇਰੇ ਕਿਹੜੇ ਰੂਪ ਤੇਰੇ ਕਿਹੜੇ ਕਿਹੜੇ ਰੂਪ ਤੇਰੇ ਰੂਪ ਤੇਰੇ ਕਿਹੜੇ 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 ਰੂਪ ਤੇਰੇ ਕਿਹੜੇ ਰੂਪ ਤੇਰੇ ਕਿਹੜੇ ਕਿਹੜੇ ਰੂਪ ਤੇਰੇ ਕਿਹੜੇ ਰੂਪ ਤੇਰੇ ਕਿਹੜੇ ਕਿਹੜੇ ਰੂਪ ਤੇਰੇ ਕਿਹੜੇ ਰੂਪ ਤੇਰੇ ਕਿਹੜੇ ਕਿਹੜੇ ਰੂਪ ਤੇਰੇ ਬਾਜਾਂ ਵਾਲੇ ਸਤਿਗੁਰੂ ਕਿਹੜੇ ਰੂਪ ਤੇਰੇ ਦਸੀ ਦਾਤਿਆ ਕਿਹੜੇ ਕਿਹੜੇ ਰੂਪ ਤੇਰੇ ਬਾਜਾਂ ਵਾਲੇ ਸਤਿਗੁਰੂ ਕਿਹੜੇ ਕਿਹੜੇ ਰੂਪ ਤੇਰੇ ਦਸੀ ਮਾਲਕਾ ਕਿਹੜੇ ਕਿਹੜੇ ਰੂਪ ਤੇਰੇ ਆਜਾ ਵਾਲੇ ਸਤਿਗੁਰ ਕਿਹੜੇ ਕਿਹੜੇ ਰੂਪ ਤੇਰੇ ਦਸੀ ਮਾਲਕਾ ਕਿਹੜੇ ਕਿਹੜੇ ਰੂਪ ਤੇਰੇ ਉਸ ਵੇਲੇ ਦਸੂ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੇ ਬਚਨ ਕੀਤੇ ਆ ਨਾ ਦਸੂ ਪਾਤਸ਼ਾਹ ਕਹਿੰਦੇ ਤੀਨ ਰੂਪ ਹੈ ਮੋਹੇ ਕੇ ਸੁਨੋ ਨੰਦ ਚਿਤ ਲਾਏ ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਤੋਹਿ ਸਮਝਾਏ ਕਹਿੰਦੇ ਸਾਡੇ ਤਿੰਨ ਰੂਪ ਨੇ ਪਹਿਲਾ ਰੂਪ ਨਿਰਗੁਣ ਸਰੂਪ ਤ੍ਰੈ ਗੁਣ ਤੋਂ ਨਿਆਰਾ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿ ਗੁਣ ਤੇ ਪ੍ਰਭ ਭਿੰਨ ਤਿਸੇ ਬਜਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਕਿਉਂਕਿ ਗੁਰੂ ਤੇ ਪਰਮੇਸ਼ਰ ਦੋ ਨਹੀਂ ਇੱਕ ਹੁੰਦੇ ਪਿਆਰੇ ਗੁਰ ਪਰਮੇਸ਼ਰ ਇੱਕੋ ਜਾਣ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਏ ਨਿਰਗੁਣ ਸਰੂਪ ਸਰਗੁਣ ਨਿਰਗੁਣ ਨਿਰੰਕਾਰ ਸੁਰ ਸਮਾਧੀ ਆਪ ਸਾਹਿਬ ਕਹਿੰਦੇ ਪਹਿਲਾ ਸਾਡਾ ਨਿਰਗੁਣ ਸਰੂਪ ਹੈ ਤ੍ਰੈ ਗੁਣ ਤੋਂ ਨਿਆਰਾ ਜਿਹੜਾ ਹਰ ਥਾਂ ਜਰੇ ਜਰੇ ਸਮਾਇਆ ਹੋਇਆ ਹੈ ਦੂਸਰਾ ਗੁਰੂ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਬਦ ਗੁਰੂ ਸੁਰ ਤੋਂ ਚੇਲਾ ਗੁਰੂ ਨਾਨਕ ਸਾਹਿਬ ਤੋਂ ਹੀ ਸ਼ਬਦ ਨੂੰ ਗੁਰੂ ਮੰਨਿਆ ਗਿਆ ਪਿਆਰਿਓ ਤੇ ਸਿੱਖ ਬਣਾਉਣਾ ਆਪਣਾ ਸੁਰਤ ਨੂੰ ਸਰੀਰ ਨੂੰ ਖਾਲੀ ਸਿੱਖ ਬਣਾ ਲਿਆ ਤੇ ਜੇ ਸੁਰਤ ਨੂੰ ਨਾ ਬਣਾਇਆ ਤੇ ਅਧੂਰਾ ਰਹੇਗਾ ਸੁਰਤ ਨੇ ਹੀ ਸ਼ਬਦ ਵਿੱਚ ਲੀਨ ਹੋਣਾ ਹੈ ਸੁਰਤ ਨੇ ਸ਼ਬਦ ਵਿੱਚ ਲੀਨ ਹੋਣਾ ਹੈ ਸੁਰਤ ਨੂੰ ਸਿੱਖ ਬਣਾਓ ਦਸਵੇਂ ਪਾਤਸ਼ਾਹ ਕਹਿੰਦੇ ਜੇ ਸਾਡੇ ਬਚਨ ਸੁਣਨੇ ਨੇ ਤੇ ਗੁਰਬਾਣੀ ਸਰਵਣ ਕਰਿਆ ਜੇ ਦੇਖੋ ਜਦ ਅਸੀਂ ਗੁਰਬਾਣੀ ਕੋਈ ਪੜ੍ਹਦਾ ਹੋਵੇ ਜਿਵੇਂ ਪਹਿਲਾਂ ਬੇਨਤੀ ਕੀਤੀ ਤੇ ਸਾਡੇ ਅੰਦਰ ਇੰਨਾ ਪਿਆਰ ਭਉ ਤੇ ਭਾਉ ਚਾਹੀਦਾ ਭਉ ਦੇ ਅਰਥ ਡਰ ਵੀ ਹੈ ਤੇ ਭਾਉ ਦਾ ਅਰਥ ਸਤਿਕਾਰ ਵੀ ਹੈ ਭਉ ਦਾ ਅਰਥ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖਿਆ ਰਾਮ ਹਦੂਰੇ ਨਿਰਮਲ ਭਉ ਇਹ ਜਿਹੜਾ ਨਿਰਮਲ ਭਉ ਹੈ ਨਾ ਇਹ ਸਾਡੇ ਮਨ ਦੀ ਮੈਲ ਉਤਾਰ ਦਿੰਦਾ ਤੇ ਜਿਹੜਾ ਦੂਜਾ ਡਰ ਭਉ ਹੈ ਨਾ ਇਹ ਤੇ ਮਨ ਨੂੰ ਮੈਲਾ ਕਰ ਦਿੰਦਾ ਪਿਆਰ ਇਹ ਭਉ ਸਤਿਕਾਰ ਨਿਰਮਲ ਭਉ ਭਾਉ ਕਹਿੰਦੇ ਪਿਆਰ ਨੂੰ ਤੇ ਸਾਡੇ ਅੰਦਰ ਇਹ ਪਿਆਰ ਚਾਹੀਦਾ ਕਿ ਦਸਵੇਂ ਪਾਤਸ਼ਾਹ ਮਹਾਰਾਜ ਦੇ ਬਚਨ ਸੁਣ ਰਹੇ ਹਾਂ ਦੇਖੋ ਹੁਣ ਕਈ ਵਾਰ ਅਸੀਂ ਕਹਿੰਦੇ ਆ ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਉਹ ਗੁਰਸਿੱਖ ਬੜੇ ਕਰਮਾਂ ਵਾਲੇ ਸਨ ਭਾਗਾਂ ਵਾਲੇ ਸਨ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਗੁਰੂ ਸਾਹਿਬ ਦੇ ਬਚਨ ਸੁਣੇ ਪਰ ਪਿਆਰਿਓ ਤੁਸੀਂ 24 ਘੰਟਿਆਂ ਵਿੱਚ ਕਿਸੇ ਸਮੇਂ ਦੁਨੀਆ ਦੀ ਕਿਸੇ ਜਗ੍ਹਾ ਤੇ ਵੀ ਸਤਿਗੁਰੂ ਦੇ ਦਰਸ਼ਨ ਕਰ ਸਕਦੇ ਹੋ ਗੁਰੂ ਦੇ ਬਚਨ ਸੁਣ ਸਕਦੇ ਹੋ ਗੁਰੂ ਨਾਲ ਬਚਨ ਕਰ ਸਕਦੇ ਹੋ ਲੋੜ ਤੇ ਵਿਸ਼ਵਾਸ ਦੀ ਹੈ ਨਾ ਬਚਨ ਕਰ ਸਕਦੇ
ਬਚਨ ਸੁਣਨੇ ਤੇ ਗੁਰਬਾਣੀ ਸਰਵਣ ਕਰਿਓ। ਜੇ ਆਪ ਬਚਨ ਕਰਨੇ ਨੇ, ਕਿਹਦਾ ਦਿਲ ਨਹੀਂ ਕਰਦਾ ਦਸ ਪਾਤਸ਼ਾਹ ਨਾਲ ਬਚਨ ਕਰਨ ਨੂੰ ਭਾਈ? ਜਿੰਨੇ ਵੀ ਅਸੀਂ ਬੈਠੇ ਜਾਂ ਦੂਰ ਨੇੜੇ ਬੈਠੇ ਬਾਲਦੇਸ਼ਾਂ ਵਿੱਚ ਸੁਣ ਰਹੇ, ਹਰ ਦਾ ਦਿਲ ਕਰਦਾ। ਪਰ ਜਦੋਂ ਅਸੀਂ ਨਿਤਨੇਮ ਕਰਨੇ ਆ, ਸਾਡੇ ਅੰਦਰ ਭਾਵਨਾ ਹੈ ਇਹ? ਵੈਸੇ ਸਾਨੂੰ ਕੋਈ ਆਮ ਪੁੱਛੇ ਨਾ ਤੇ ਆਪਾਂ ਪਤਾ ਕੀ ਕਹਿੰਦੇ ਆ, ਅਜੇ ਮੇਰਾ ਨਿਤਨੇਮ ਨਹੀਂ ਮੁੱਕਾ। ਅਸੀਂ ਤੇ ਮੁਕਾਉਂਦੇ ਆ, ਕਰਨੇ ਥੋੜ੍ਹਾ ਆ। ਸਿੱਖ ਕਹਿੰਦਾ ਮੇਰੇ ਪ੍ਰਾਣ ਮੁੱਕ ਜਾਣ, ਮੇਰਾ ਨਿਤਨੇਮ ਨਾ ਮੁੱਕੇ। ਸਹਿਜ ਪਾਠ ਅਖੰਡ ਪਾਠ ਸਾਹਿਬ ਤੋਂ ਬਾਅਦ ਜਪਜੀ ਸਾਹਿਬ ਪੜ੍ਹਿਆ ਜਾਂਦਾ। ਕੋਈ ਸੰਪੂਰਨ ਪੜ੍ਹਦਾ, ਕੋਈ 5 ਪੌੜੀਆਂ ਪੜ੍ਹਦਾ। ਇਹਦਾ ਮਤਲਬ ਕੀ ਹੈ? ਗੁਰਸਿੱਖ ਆਪਣੇ ਜੀਵਨ ਵਿੱਚ ਕਦੀ ਭੋਗ ਨਹੀਂ ਪਾਉਂਦਾ ਵੀ ਹੁਣ ਬਸ ਛੁੱਟੀ, ਬਸ ਭੋਗ ਪਾਤੇ ਨਾ। ਸਦਾ ਹੀ ਬਾਣੀ ਚੱਲਦੀ ਰਹਿੰਦੀ। ਭੋਗ ਪਏ ਫਿਰ ਅਰਦਾਸ ਕਰਕੇ ਸ਼ੁਰੂ ਕਰ ਦਿੱਤਾ। ਇਸੇ ਕਰਕੇ ਜਦੋਂ ਕੋਈ ਚੜ੍ਹਾਈ ਕਰ ਜਾਂਦਾ, ਰਾਮ ਕਲੀ ਸਦ ਪੜ੍ਹਦੇ, ਜਪਜੀ ਸਾਹਿਬ ਨਹੀਂ ਪੜ੍ਹਦੇ। ਔਰ ਜਿਹੜੀ ਬਾਣੀ ਸਾਨੂੰ ਯਾਦ ਹੈ ਇਹ ਨਾਲ ਜਾਂਦੀ ਜੇ। ਜਿਹੜਾ ਨਿਤਨੇਮ ਹੈ ਨਾ, ਜਿੰਨਾ ਯਾਦ ਹੈ ਇਹ ਨਾਲ ਜਾਏਗਾ ਪਿਆਰੇ। ਬਜ਼ੁਰਗ ਜਿਹੜੇ ਸਕੂਲਾਂ ਵਿੱਚ ਨਹੀਂ ਸੀ ਗਏ, ਉਹਨਾਂ ਨੂੰ ਕਿੰਨੀ ਬਾਣੀ ਯਾਦ ਸੀ। ਅੱਜ ਹੋਰ ਤਾਂ 40-50 ਸਾਲ ਦੀਆਂ ਗੱਲਾਂ ਸਾਨੂੰ ਸਭ ਯਾਦ ਹੈ, ਤੇ ਗੁਰੂ ਦੀ ਬਾਣੀ ਯਾਦ ਹੀ ਨਹੀਂ। ਆ ਕਈਆਂ ਨੂੰ ਬੇਨਤੀ ਕਰੀਦੀ ਹੈ, ਚਲੋ ਮੂਲ ਮੰਤਰੀ ਕਰ ਲਓ, ਕਹਿੰਦੇ ਉਹ ਵੀ ਨਹੀਂ ਆਉਂਦਾ। ਲੈ ਦੱਸੋ, ਵੈਸੇ ਪੁੱਛੋ 50 ਸਾਲ ਦੀਆਂ ਗੱਲਾਂ। ਉਹ ਕਈ ਵਾਰੀ ਐਸਾ ਹੁੰਦਾ ਹੈ ਕਿ ਦੱਸੋ ਭਾਈ ਤੁਹਾਡਾ ਕੀ ਹਾਲ ਹੈ, ਤੁਸੀਂ ਫਲਾਣੇ ਥਾਂ ਗਏ ਸੀ। ਉਹ ਜਿਉਂ ਸ਼ੁਰੂ ਕਰਦੇ ਆ। ਜੇ ਕਹਿ ਦਿਓ ਬੱਚੇ ਦੀ ਸ਼ਾਦੀ ਹੋ ਗਈ ਹੈ, ਕਹਿ ਦਿਓ ਹੋ ਗਈ ਜਾਂ ਨਹੀਂ ਹੋਈ, ਬੱਚੇ ਦੇ ਜਨਮ ਤੋਂ ਪਹਿਲਾਂ ਦੀਆਂ ਗੱਲਾਂ ਸ਼ੁਰੂ ਕਰਨਗੇ ਵੀ ਕਿੱਥੇ ਕਿੱਥੇ ਗਏ। ਜਦੋਂ ਜਨਮ ਹੋਇਆ ਫੇਰ ਕੀ ਹੋਇਆ, ਫੇਰ ਕੀ ਹੋਇਆ, ਫੇਰ ਕਿੱਥੇ ਗਏ। ਮੈਂ ਕਿਹਾ ਵਿਆਹ ਕਦੋਂ ਕਰੋਗੇ? ਇਹ 2 ਘੰਟੇ ਲਾ ਦੇਣੇ ਤੁਹਾਂ, ਜਾਂ ਸਾਰਾ ਦਿਨ ਲਾ ਦੇਣਾ। ਗੱਲ ਇੰਨੀ ਵੀ ਵਿਆਹ ਹੋ ਗਿਆ, ਚਲੋ ਚੰਗੀ ਗੱਲ, ਗਾ ਤਾਂ ਖਤਮ ਕਰੋ ਨਾ। ਫਿਰ ਉੱਥੇ ਗਏ, ਉਹ ਰਿਸ਼ਤਾ ਵੇਖਿਆ, ਉਹ ਕੁੜੀ ਦੇਖੀ, ਉਹ ਮੁੰਡਾ ਦੇਖਿਆ, ਆਹ ਦੇਖਿਆ, ਆਹ ਦੇਖਿਆ। ਕਮਾਲ ਹੈ। ਉਹ ਗੱਲਾਂ ਸਭ ਯਾਦ ਨੇ, ਅੱਖਰ ਅੱਖਰ ਨਹੀਂ ਭੁੱਲਦਾ। ਕਿਸੇ ਨੇ ਕੋਈ ਗੱਲ ਕਿਸੇ ਟਾਈਮ ਦੀ ਕੀਤੀ ਹੈ, ਉਹ ਦਿਲ ਦੇ ਅੰਦਰ ਬੈਠੀ ਭਲੇ ਦੀ ਭਾਵਨਾ ਹੈ। ਨਹੀਂ ਨਹੀਂ, ਮੂਲ ਮੰਤਰ ਕਹਿੰਦੇ ਹੁੰਦਾ ਹੀ ਨਹੀਂ। ਮਹਾਂਪੁਰਸ਼ ਸ਼ਾਇਦ USA ਦਾ ਵਚਨ ਹੈ, ਤੇ ਕਹਿੰਦੇ ਕਿ ਭਾਈ ਸਵਾਸ ਨਾਲ ਨਾਮ ਜਪੋ। ਇੱਕ ਤਾਂ ਕੀਰਤਨ ਹੁੰਦਾ, ਇੱਕ ਕਈ ਵਾਰ ਉਹ ਬੈਠੇ ਹੁੰਦੇ। ਤੇ ਜਦੋਂ ਸਵਾਸ ਅੰਦਰ ਨੂੰ ਜਾਵੇ, ਕਿਵੇਂ ਵਾਹਿ ਕਹਿਣਾ, ਬਾਹਰ ਨਾ ਵੇ ਗੁਰੂ ਕਹਿਣਾ। ਤੇ ਇੱਕ ਬੀਬੀ ਬੈਠੀ ਸੀ, ਉਹਨੂੰ ਪੁੱਛਿਆ, ਸਮਝ ਆ ਗਈ। ਕਹਿੰਦੀ ਮੈਨੂੰ ਸਵਾਸ ਦਾ ਨਹੀਂ ਪਤਾ ਲੱਗਦਾ, ਜਿਹੜਾ ਅੰਦਰ ਬਾਹਰ ਜਾਂਦਾ। ਮਹਾਂਪੁਰਸ਼ ਕਹਿੰਦੇ ਇਉਂ ਕਰ, ਆਹ ਮੂੰਹ ਵੀ ਘੁੱਟ ਲੈ ਤੇ ਨੱਕ ਵੀ ਹੱਥ ਨਾਲ ਘੁੱਟ, ਛੱਡੀ ਨਾ। ਹੁਣ ਜਦੋਂ ਥੋੜ੍ਹੀ ਦੇਰ ਨੂੰ ਫਾਂ ਕਰਕੇ ਆਇਆ, ਕਹਿੰਦੇ ਹੁਣ ਲੱਗਾ ਹੀ ਪਤਾ, ਆ ਆਈ। ਮਹਾਂਪੁਰਸ਼ ਵੀ ਫਿਰ ਸਿੱਧਾ ਹੀ ਕਰਦੇ, ਕਹਿੰਦੇ ਆ ਆਈ ਹੈ। ਇਹਦਾ ਵੀ ਨਹੀਂ ਪਤਾ ਸਾਨੂੰ, ਸਵਾਸ ਦਾ ਵੀ ਨਹੀਂ ਪਤਾ। ਲੈ ਦੇਖੋ, ਜ਼ਿੰਦਗੀ ਲੰਘ ਜਾਂਦੀ ਹੈ। ਵਿਆਸਤੇ ਕਰਕੇ ਦੇਖੋ ਨਾਮ ਦੀ ਜੁਗਤੀ ਕੀ ਹੈ। ਹਰ ਜੁਗਤੀ ਮਹਾਂਪੁਰਸ਼ਾਂ ਨੇ ਦੱਸੀ ਹੈ, ਪਰ ਉਹਦੇ ਨਾਲ ਇਹ ਵੀ ਹੈ ਪਿਆਰਿਓ, ਤੁਸੀਂ ਇੱਕ ਵਾਰੀ ਜਪਣਾ ਸ਼ੁਰੂ ਕਰ ਦਿਓ। ਖੇਤ ਤਿਆਰ ਹੋਵੇ, ਬੱਤਰ ਹੋਵੇ, ਸਹੀ ਹੋਵੇ, ਤੁਸੀਂ ਬੀਜ ਸੁੱਟ ਦਿਓ, ਪੁੱਠਾ ਡਿੱਗੇ ਸਿੱਧਾ ਡਿੱਗੇ, ਉਹਨੇ ਜਾਮੀ ਪੈਣਾ। ਤੁਸੀਂ ਵਾਹਿਗੁਰੂ ਸ਼ੁਰੂ ਤਾਂ ਕਰੋ ਸਹੀ, ਦੇਖੋ ਤਾਂ ਸਹੀ, ਫਿਰ ਆਨੰਦ ਆਪਣੇ ਆਪ ਸ਼ਬਦ ਨੇ ਅੱਗੇ ਲੈ ਜਾਣਾ ਪਿਆਰਿਓ। ਪਰ ਹੁੰਦਾ ਕੀ ਹੈ, ਬਿਨਾਂ ਜਪਣ ਤੋਂ ਅਸੀਂ ਕਹਿੰਦੇ ਵੀ ਉਹ ਹੀ ਕਿਰਪਾ, ਉਹ ਹੀ ਕਿਰਪਾ। ਸੰਤ ਬਾਬਾ ਕਿਸ਼ਨ ਸਿੰਘ ਜੀ ਰਾੜਾ ਸਾਹਿਬ ਵਾਲੇ ਸਨ 85, ਧਨੌਰਾ ਫਾਰਮ ਬੈਠੇ ਸਨ, ਦਾਸ ਜੀ ਉੱਥੇ ਸੀ। ਤੇ ਕਹਿੰਦਾ ਜੀ ਸਾਡੇ 'ਤੇ ਕਿਰਪਾ ਕਰੋ ਜੀ, ਸਾਡੇ 'ਤੇ ਕਿਰਪਾ ਕਰੋ ਜੀ, ਭਾਵ 10 ਦੁਆਰ ਖੋਲ੍ਹ ਦਿਓ। ਐਂ ਕਈ ਤੇ 10 ਦੁਆਰ ਖੋਲ੍ਹਣ ਨੂੰ ਐਂ ਸਮਝਦੇ ਨੇ ਵੀ ਜਿਵੇਂ ਕਿਸੇ ਚੀਜ਼ ਨੇ ਥੋੜਾ ਮਾਰ ਕੇ ਤੇ ਖੋਲ੍ਹ ਦੇਣਾ ਹੁੰਦਾ। ਮਹਾਂਪੁਰਸ਼ਾਂ ਪਤਾ ਕੀ ਕਿਹਾ? ਕਹਿੰਦੇ ਇਹ ਆਪਣੇ ਆਪ ਕਮਾਈ ਕਰਨੀ ਪੈਂਦੀ ਹੈ ਭਾਈ, ਕਮਾਈ ਕਰੋ। ਕੋਈ ਲਠੈਣ ਚੱਕਣੀ ਹੈ, ਤੁਸੀਂ ਜਪਿਆ ਨਹੀਂ ਜਾਂਦਾ। ਆਪਣੇ ਮਹਾਂਪੁਰਸ਼ਾਂ ਨੇ ਹਰ ਜੁਗਤੀ ਦੱਸੀ ਹੈ। ਸੁਧ ਸੁਧ ਮਾਰਗ ਪੜ੍ਹੋ, ਮਹਾਂਪੁਰਸ਼ਾਂ ਦੀਆਂ ਕੈਸਟਾਂ ਸੁਣੋ, ਬੈਠਣ ਦਾ ਢੰਗ, ਜਪਣ ਦਾ ਢੰਗ ਦੱਸਿਆ। ਤੇ ਬਾਕੀ ਭਾਈ ਚਾਹੀਦਾ ਪਿਆਰ। ਸਾਜ ਕਹੋ ਸੁਣ ਲਿਓ, ਸਭੈ ਜਨ ਪ੍ਰੇਮ ਕੀਓ, ਤਿਨ ਹੀ ਪ੍ਰਭ ਪਾਇਓ। ਸ਼ੁਰੂ ਤਾਂ ਕਰੋ ਭਾਈ, ਦੇਖੋ ਸਹੀ ਫਿਰ ਤੁਹਾਨੂੰ ਕਿਵੇਂ ਆਨੰਦ ਆਉਂਦਾ। ਜਿਹੜੇ ਕਹਿੰਦੇ ਨਾਮ ਜਪਣ ਨੂੰ ਮਨ ਨਹੀਂ ਕਰਦਾ, ਉਹੀ ਕਹਿਣਗੇ ਨਾਮ ਛੱਡਣ ਨੂੰ ਦਿਲ ਨਹੀਂ ਕਰਦਾ। ਆਖਾਂ ਜੀਵਾਂ ਵਿਸਰੈ ਮਰ ਜਾ। ਪਿਆਰ ਮੈਂ ਬੇਨਤੀ ਕਰ ਰਿਹਾ ਸੀ, ਸਾਡੇ ਅੰਦਰ ਭਾਉ ਤੇ ਭਾਉ
दसवें पातशाह कहते बचन सुनने ने ते गुरबाणी सरवण करियो, बचन करने ने ते आप गुरबाणी पढ़ियो। साडे अंदर ये निश्चा ये प्रीत चाहिए है प्यारे। धन गुरु हरकृष्ण महाराज सच्चे पातशाह जी जिस वेले दिल्ली नूं चले ने कीरतपुर साहिब तो सरसा ते आए, सारी संगत नूं वापस कर रहे हैं। संगत हथ जोड़ते सी ते नाल ही जाना, तुहाडे बिना रह नहीं सकते। तो उत्थे बड़ा प्यारा बचन आउंदा है। धन गुरु हरकृष्ण महाराज कहते गुरसिखो जिहड़ा गुरसिख अंमृत वेले उठेगा, देखो अंमृत वेला भाई मरदाने ने भी साहब ने कहा सी ना, पहला बचन केस रख, दूसरा बचन अंमृत वेला ना खंजाई। ऐसे बचन होंगे उत्थे प्यारे। जेड़ा गुरसिख अंमृत वेले उठेगा, इशनान करेगा, नाम जपेगा, भावना नाल बाणी पढ़ेगा ते अगे आउंदा धर्म की किरत करेगा, उस गुरसिख नूं असां दे नित दर्शन होणगे। ये मेरे धन गुरु हरकृष्ण महाराज का बचन है प्यारे। महापुरुष अनेक बचन सुनाया करते। साखी धन गुरु हराए साहब महाराज का बचन सुनाते। सिखां ने कहा सच्चे पातशाह जदों सिख नाम जपन लग पिया फिर भी बाणी पढ़न की लोड़ है। तो गुरु हराए साहब महाराज कहते बाणी धरती नाम बिरश, गुरबाणी नहीं छड्डनी। आ जिन्हां दियां यादां मना रहे हैं, जिन्हां महापुरखों के जीवन पढ़ते तो सुनने वो सुनो किन्नियां किन्नियां नितनेम करते सी प्यारे। अज तो असीं ने 5 ना पढ़नियां पैण 3 ही हो जाण। मैं तो हैरान हाँ, करीब 72-73 की गल है कि मिलिया, कहता 5 बाणियां तो बड़ियां औखियां ने। पता की कहता, कहता जपजी साहिब दे विच ही किते 5 बाणियां होंदियां तो चलो निबड़ जांदा। पर प्यारिओ कई तो वह भी ने जिहड़े जपजी साहिब नहीं पढ़ते, 5 बाणियां तो विरले ही करते हो, क्योंकि प्यार भावना। गुरु हराए साहब कहते बाणी धरती नाम बिरश है। जे धरती ने तो बिरश कित्थों होएगा? हर अवस्था गुरबाणी विच है प्यारे। बाणी नाल जोड़ो, बाणी साडे विराग पैदा करदी, जिवें बिरश धरती ते लगदा। दूसरी मिसाल महापुरुष दिया करदे कि बाणी नाड़, बाणी नाड़ ते नाम सिट्टा। नाड़ किनूं होंदे आ कणक दा खेत हुंदा ना थल्ले जिहड़ी वो नाड़ उहनूं कहंदे आ। अपना अड्ड अड्ड इलाकिਆਂ ਦੀ बोली है। बाणी नाड़ ते नाम सिट्टा। 10वें पातशाह कहंदे गुरबाणी पढ़नी ते सुननी। साडे नाल बचन करोगे, साडे नाल बचन करोगे ते सरगुण स्वरूप खालसा। देखो खालसा मेरो रूप है खास, खालसे में हो करो नवाज। ओ मेरा ही रूप है खालसा प्यारा, मेरा 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 खालसा मेरो रूप है खास, खालसे में हो करो निवास। जे तुसीं इस तरह दर्शन करने ने तो 5 ਸਿੰਘਾਂ ਦੇ ਕਾਲੋਂ मेरे हो जाएंगे। एक सिंह खड़ा हो गया, सच्चे पातशाह जी 5 ਸਿੰਘ बाणी पढ़ी चक्कर बक्कर सजा के जो शीशे के सामने खड़ा होएगा तेनों तेरे नहीं मेरे दर्शन होंगे। ये मेरे सतगुरु ने बख्शिश की है। सानू गुरु ग्रंथ साहिब महाराज दे लड़ लाया सरबंस दानी ने, दशमेश पिता बाजां वाले सतगुरु ने। ते असीं अरदास करिए कि असीं शब्द गुरु नाल जुड़े रहिए। महापुरुषों ने हर समय चाहे शरीर की बिरध अवस्था चाहे पहला सारा जीवन ही शब्द गुरु के नाल सानू साध संगत जी जोड़िया है। धन गुरु गोबिंद सिंह महाराज जिन्हों ने इस संसार के जिथे होर नेक परोपकार किए ते सारे संसार ते एक किरपा की है, भला किया है कि सानू गुरु ग्रंथ साहिब महाराज दे लड़ लाया। उस 10वें पातशाह के चरणों ते नमस्कार करिए।
ਐਸਾ ਗੁਰੂ ਨਾ ਜਗਤ ਵਿੱਚ ਹੋਣਾ, ਜਿਹਦੇ ਲੜ ਲਾਇਆ ਖਾਲਸਾ। ਐਸਾ ਗੁਰੂ ਨਾ ਜਗਤ ਵਿੱਚ ਹੋਣਾ, ਜਿਹਦੇ ਲੜ ਲਾਇਆ ਖਾਲਸਾ। ਐਸਾ ਗੁਰੂ ਨਾ ਜਗਤ ਵਿੱਚ ਹੋਣਾ, ਜਿਹਦੇ ਲੜ ਲਾਇਆ ਖਾਲਸਾ। ਐਸਾ ਗੁਰੂ ਨਾ ਜਗਤ ਵਿੱਚ ਹੋਣਾ, ਜਿਹਦੇ ਲੜ ਲਾਇਆ ਖਾਲਸਾ। ਐਸਾ ਗੁਰੂ ਨਾ ਜਗਤ ਵਿੱਚ ਹੋਣਾ, ਜਿਹਦੇ ਲੜ ਲਾਇਆ ਖਾਲਸਾ। ਐਸਾ ਗੁਰੂ ਨਾ ਜਗਤ ਵਿੱਚ ਹੋਣਾ, ਜਿਹਦੇ ਲੜ ਲਾਇਆ ਖਾਲਸਾ। ਐਸਾ ਗੁਰੂ ਨਾ ਜਗਤ ਵਿੱਚ ਹੋਣਾ, ਜਿਹਦੇ ਲੜ ਲਾਇਆ ਖਾਲਸਾ। ਐਸਾ ਗੁਰੂ ਨਾ ਜਗਤ ਵਿੱਚ ਹੋਣਾ ਜੀ। ਜਿਹਦੇ ਲੜ ਲਾਇਆ ਖਾਲਸਾ। ਐਸਾ ਗੁਰੂ ਨਾ ਜਗਤ ਵਿੱਚ ਹੋਣਾ ਜੀ। ਜਿਹਦੇ ਲੜ ਲਾਇਆ ਖਾਲਸਾ। ਨਾਰਾਇਣ ਨਰਪਤ ਨਮਸਕਾਰ, ਨਾਰਾਇਣ ਨਰਪਤ ਨਮਸਕਾਰ। ਐਸੇ ਗੁਰ ਕੋ ਪਲ ਪਲ ਜਾਈਏ, ਆਪ ਮੁਕਤ ਮੁਹਤਾਰ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਬਾਜਾਂ ਵਾਲੇ ਸਤਿਗੁਰੂ। ਆਓ ਸਾਧ ਸੰਗਤ ਜੀ, ਹੁਣ ਸਮਾਂ ਹੋ ਰਿਹਾ ਹੈ ਅਰਦਾਸ ਦਾ। ਸਾਰਿਆਂ ਨੇ ਗੁਰਸਤੁਤ ਵਿੱਚ ਬੋਲਣਾ ਹੈ। ਅਰਦਾਸ ਹੋਏਗੀ ਔਰ ਸ਼ਾਮ ਨੂੰ 5:30 ਵਜੇ ਰਹਿਰਾਸ ਫਿਰ ਸ਼ੁਰੂ ਹੋਣੀ। ਅੱਜ ਰਾਤ ਦਾ ਪ੍ਰੋਗਰਾਮ ਹੈ। ਕਰਨੀ ਕਮਾਈ ਵਾਲੇ ਮਹਾਂਪੁਰਸ਼, ਹੋਰ ਜਥੇ ਵੀ, ਕਵੀਸ਼ਰ ਜਥਾ ਸਤਿਕਾਰਯੋਗ ਗਿਆਨੀ ਮਹਿਲ ਸਿੰਘ ਜੀ, ਦਾਸ ਦੇ ਅੰਦਰ ਬੜਾ ਸਤਿਕਾਰ ਹੈ ਉਹਨਾਂ ਦਾ, ਕਿਉਂਕਿ ਕੇਵਲ ਉਹ ਬਾਣਾ ਸਟੇਜ ਤੱਕ ਹੀ ਨਹੀਂ, ਅੱਗੋਂ ਪਿੱਛੋਂ ਵੀ ਗੁਰਸਿੱਖੀ ਵਿੱਚ ਪਰਪੱਕ ਨੇ ਉਹ ਪਿਆਰਿਆ। ਨਹੀਂ ਤੇ ਦਾਸ ਨੇ ਦੇਖਿਆ ਕਈ ਵਾਰ। ਇੱਕ ਵਾਰੀ ਇੱਕ ਜਗ੍ਹਾ ਗਏ ਤੇ ਉੱਥੇ 3 ਬੀਬੀਆਂ ਤੇ ਇੱਕ ਭਾਈ ਸੀ, ਜਥਾ ਸੋਹਣੀਆਂ ਸ੍ਰੀ ਸਭਾ ਉੱਤੋਂ ਦੀਆਂ ਪਾਈਆਂ। ਤੇ ਮੇਰੇ ਮਨ 'ਚ ਆਇਆ ਵੀ ਜ਼ਰੂਰ ਗੁਰਦੁਆਰਾ ਸਾਹਿਬ ਦੇ ਸਮਾਗਮ ਸੰਨ 2 ਦੀ ਗੱਲ ਹੈ ਵੀ ਇਹਨਾਂ ਨੂੰ ਬੁਲਾਵਾਂਗੇ ਜ਼ਰੂਰ। ਉਹ ਕੁਦਰਤੀ ਇੱਥੇ ਮੁੱਲਾਂਪੁਰ ਆ ਗਏ, ਜਿਹੜੇ ਦੋਵੇਂ ਜੀ ਸੀ ਉਹਨਾਂ ਵਿੱਚ, ਉਹ ਜਿਹੜੇ ਭਾਈ ਸੀ ਉਹਦੇ ਘਰ ਵਾਲੀ ਬੀਬੀ, ਤੇ ਉਹ ਇੱਥੇ ਮੱਥਾ ਟੇਕਣ ਆ ਗਏ ਕਿਤੇ ਨਾਲ। ਸ੍ਰੀ ਸਾਹਿਬ ਦੀ ਤਾਂ ਗੱਲ ਛੱਡੋ, ਬਾਕੀ ਇਹ ਹੈ ਕਿ ਮੈਂ ਨੀਵੀਂ ਅੱਖਾਂ ਕਰਾਂ ਕਿ ਕਿਤੇ ਇਹ ਨਾ ਪਛਾਣ ਲੈ ਕਿ ਉਹੀ ਹੈ। ਤੁਸੀਂ ਸਾਦੇ ਬਸਤਰ ਪਾਓ, ਅਸੀਂ ਕਿਸ ਪਾਸੇ ਨੂੰ ਚੱਲ ਪਏ ਹਾਂ। ਤੇ ਜੇ ਪ੍ਰਚਾਰਕ ਤੇ ਸਟੇਜਾਂ ਤੇ ਬੋਲਣ ਦਾ ਹਾਲ ਦੂਜਿਆਂ ਦਾ ਕੀ ਹੋਏਗਾ। ਮਹਾਂਪੁਰਸ਼ ਕਿਹਾ ਕਰਦੇ ਜੀਵਨ ਹੀ ਪ੍ਰਚਾਰ ਹੈ। ਜਿੰਨੇ ਵੀ ਜੀਣ ਵਾਲੇ ਮਹਾਂਪੁਰਸ਼ ਗੁਰੂ ਪਿਆਰੇ ਹਨ, ਉਹਨਾਂ ਨੂੰ ਦਾ ਸੀਸ ਝੁਕਾਉਂਦਾ। ਇਸ ਕਰਕੇ ਮੈਂ ਬੇਨਤੀ ਕਰ ਰਿਹਾ ਸੀ, ਭਾਈ ਸਾਹਿਬ ਭਾਈ ਮਹਿਲ ਸਿੰਘ ਦੀ ਸਤਿਗੁਰ ਦੀ ਬਖਸ਼ਿਸ਼, ਉਹਨਾਂ ਵੀ ਆਉਣਾ, ਹੋਰ ਮਹਾਂਪੁਰਸ਼ਾਂ ਨੇ ਵੀ ਦਰਸ਼ਨ ਦੇਣੇ ਆ, ਕੀਰਤਨ ਹੋਣਾ, ਤੇ 11:30 ਵਜੇ ਸੰਪੂਰਨਤਾ ਹੋਣੀ ਹੈ। ਭਾਈ ਰਾਤ ਦੂਰ ਵਾਲੀਆਂ ਸੰਗਤਾਂ ਠਹਿਰਨ, ਸਵੇਰੇ ਆਰਾਮ ਨਾਲ ਆਪ ਜੀ ਜਾਇਓ। ਹਾਂ ਠੀਕ ਹੈ, ਕਿਸੇ ਨੂੰ ਜਾਣਾ ਨੇੜੇ ਹੈ ਉਹ ਗੱਲ ਵੱਖਰੀ ਹੈ। ਔਰ ਮੇਰੀ ਬੇਨਤੀ ਹੈ ਕਿ ਕੋਸ਼ਿਸ਼ ਕਰੋ, ਰਾਤ 11:30 ਵਜੇ ਅਰਦਾਸ ਹੋਏਗੀ ਤੇ ਆਪ ਜੀਆਂ ਨੇ ਉਸ ਤੋਂ ਬਾਅਦ ਆਰਾਮ ਕਰਨਾ। ਨੇੜੇ ਵਾਲੇ ਜਾਣ ਵਾਲੇ ਜਿਹੜੇ ਆ ਉਹ ਜਾ ਸਕਦੇ ਆ। ਦਾਸ ਦੇ ਸਰੀਰ ਦੀ ਵਿਚਾਰ ਮਹਾਂਪੁਰਸ਼ਾਂ ਨੇ ਕੀਤੀ ਸੀ। 16 ਵਿੱਚ ਵਿਪਲ ਸਰਜਰੀ ਹੋਈ ਸੀ ਬਹੁਤ ਵੱਡੀ, ਤੇ ਹੁਣ ਕਰੋਨਾ ਦੇ ਰਾਹੀਂ ਕਿਰਪਾ ਹੋਈ ਹੈ ਤੇ ਮੈਨੂੰ ਕੋਈ ਰੋਸ ਨਹੀਂ, ਕਿਉਂਕਿ ਜਿਹੜਾ ਸਰੀਰ ਹੈ ਨਾ ਬਚਪਨ ਤੋਂ ਤੁਸੀਂ ਵੀ ਜਾਣਦੇ ਹੋ, ਭਈ ਸਕੂਲੋਂ ਆਉਣ ਤੋਂ ਪਹਿਲਾਂ ਹੀ ਸੁਨਾਹ ਮਿਲਿਆ ਹੁੰਦਾ ਖੂਹ ਦਾ, ਤੇ ਫਿਰ ਉੱਥੋਂ ਦੌੜ ਲਾਉਣੀ ਤੇ ਗੁਰਦੁਆਰਾ ਸਾਹਿਬ ਰਾਤ ਉੱਥੇ ਪੜ੍ਹਨਾ ਵੀ ਤੇ ਫਿਰ ਸਵੇਰੇ ਨਿਤਨੇਮ ਕਰਨਾ। ਉਸ ਤੋਂ ਬਾਅਦ ਹੀ ਫਿਰ ਚੱਲ ਹੀ ਰਿਹਾ। ਤੇ ਇਸ ਕਰਕੇ ਭਾਈ ਕੋਈ ਗੱਲ ਨਹੀਂ, ਜਿੰਨਾ ਕੁ ਸੱਚੇ ਪਾਤਸ਼ਾਹ ਨੇ ਸੇਵਾ ਲੈਣੀ ਹੈ ਉਨੀ ਕੁ ਤਾਕਤ ਦੇ ਦੇਣੀ ਹੈ। ਤੇ ਉਹਦੇ ਹੁਕਮ 'ਚ ਦੁੱਖ ਸੁਖ ਭਰਾ ਦੇਵਨਹਾਰ ਔਰ ਤਿਆ ਤੁਸੀਂ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਸੀਸਾਂ ਹਨ। ਬਾਕੀ ਸਾਰੇ ਸਤਿਕਾਰਯੋਗ ਹਨ ਇੱਥੇ ਜਿੰਨੇ ਵੀ ਸਥਾਨ 'ਤੇ ਮਾਈ ਭਾਈ ਰਹਿੰਦੇ ਆ। ਮਹਾਂਪੁਰਸ਼ਾਂ ਨੇ ਜਿਸ ਵੇਲੇ 31 ਤਰੀਕ ਨੂੰ ਬਚਨ ਕੀਤੇ ਸਨ, ਮਹਾਂਪੁਰਸ਼ਾਂ ਦੀ ਬੇਟੀ ਛੋਟੀ ਸਾਡੇ ਭੈਣ ਜੀ, ਛੋਟੇ ਭੈਣ ਜੀ ਨੇ, ਉਹਨਾਂ ਨੇ ਕੈਮਰਾ ਲਾਇਆ ਸੀ
ਤੇ ਉੱਥੇ ਜਿਹੜੇ ਬਚਨ ਕੀਤੇ, ਉਹਨਾਂ ਨੇ ਕਿਹਾ ਵੀ ਪਾਪਾ ਜੀ ਤੁਸੀਂ ਜੋ ਕਹਿਣਾ ਉਹ ਕਹਿ ਦਿਓ। ਤੇ ਮਹਾਂਪੁਰਸ਼ਾਂ ਨੇ ਦਾਸ ਦੇ ਸਰੀਰ ਦਾ ਨਾਂ ਲਿਆ। ਅੱਗੇ ਬਚਨ ਕੀਤਾ ਕਰਨੈਲ ਸਿੰਘ ਛੋਟਾ, ਉਸ ਤੋਂ ਛੋਟਾ ਹਰਪਾਲ ਸਿੰਘ। ਇਹ ਦੋ ਵੀਰਾਂ ਦੇ ਨਾਂ ਮਹਾਂਪੁਰਸ਼ਾਂ ਨੇ ਲਏ ਸੀ ਉਸ ਵੇਲੇ ਪਾਏ। ਤੇ ਮੇਰੀ ਇਹਨਾਂ ਦੋਵਾਂ ਵੀਰਾਂ ਨੂੰ ਬੇਨਤੀ ਹੈ, ਸ਼੍ਰੀਮਾਨ ਬਾਬਾ ਕਰਨੈਲ ਸਿੰਘ ਜੀ ਨੂੰ ਵੀ ਤੇ ਬਾਬਾ ਹਰਪਾਲ ਸਿੰਘ ਜੀ ਨੂੰ ਵੀ ਆਪਣੀਆਂ ਜ਼ਿੰਮੇਵਾਰੀਆਂ ਤਗੜੇ ਹੋ ਕੇ ਸੰਭਾਲੋ। ਦਾਸ ਜਿੰਨਾ ਕੁ ਸਰੀਰ ਸਾਥ ਦੇਗਾ ਉਹਨਾਂ ਕਰੇਗਾ, ਕਿਉਂਕਿ ਹੁਣ ਬੈਠਿਆਂ ਬੈਠਿਆਂ ਸਰੀਰ ਸੁੰਨ ਵੀ ਹੋ ਜਾਂਦਾ। ਤੇ ਕਈ ਵਾਰ ਤਾਂ ਇਸ ਤਰ੍ਹਾਂ, ਇਹ ਨਹੀਂ ਕਿ ਕਈ ਵਾਰ ਮੈਂ ਅਜੇ ਹੋਰ ਨਹੀਂ ਗੱਲ ਕਰਦਾ, ਸੰਗਤਾਂ ਹੋਰ ਸਮਝਣ ਲੱਗ ਗਈਆਂ। ਇਹ ਨਹੀਂ ਕਿ ਆਹ ਕਾਲਜਾਂ ਦੀ ਜ਼ਿੰਮੇਵਾਰੀ ਹੈ, ਆ ਪਿੱਛੇ ਕੋਈ ਕੰਮ ਸੀ, ਮੈਂ ਕਿਹਾ ਬਾਬਾ ਹਰਪਾਲ ਸਿੰਘ ਲੈ ਕੇ ਜਾਓ, ਜੋ ਫੈਸਲਾ ਕਰਨਗੇ ਠੀਕ ਹੈ, ਪੜ੍ਹੇ ਲਿਖੇ ਨੇ। ਸ਼੍ਰੀਮਾਨ ਬਾਬਾ ਕਰਨੈਲ ਸਿੰਘ ਨੇ ਬੈਠੇ ਆ, ਨਾਲ ਹੋਰ ਨੇ ਭਾਈ ਗੁਰੂ ਸਿੰਘ, ਭਾਈ ਸੁਖਿੰਦਰ ਸਿੰਘ, ਹੋਰ ਸਿੰਘ ਨੇ ਇੱਥੇ ਰਹਿੰਦੇ ਆ ਆਪਣੇ ਜਿਹੜੇ ਹੈਗੇ। ਤੇ ਇਹਨਾਂ ਨੂੰ ਮੇਨ ਇਹ ਨੇ, ਮੇਰੇ ਤੋਂ ਬਾਅਦ ਦੋ ਦਾ ਨਾਂ ਲਿਆ ਸੀ ਮਹਾਂਪੁਰਸ਼ਾਂ ਨੇ, ਬਾਬਾ ਕਰਨੈਲ ਸਿੰਘ ਜੀ, ਬਾਬਾ ਹਰਪਾਲ ਸਿੰਘ ਜੀ ਦਾ। ਸੋ ਉਹ ਬਚਨ ਮੇਰੇ ਅੰਦਰ ਹਨ ਪਿਆਰਿਓ। ਇਸ ਕਰਕੇ ਦੋਹਾਂ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਇਹ, ਕਿਉਂਕਿ ਸੰਸਥਾ ਇੱਥੇ ਜਿਹੜੇ ਅਦਾਰੇ ਨੇ ਨਾ ਚੱਲ ਰਹੇ, ਇਹ ਗੁਰੂ ਦੀ ਕਿਰਪਾ ਨਾਲ ਚੱਲ ਰਹੇ ਆ ਸਾਰੇ। ਇਹ ਕੋਈ ਛੋਟਾ ਜਿਹਾ ਸਥਾਨ ਨਹੀਂ, ਪ੍ਰਚਾਰ ਹੈ, ਸਕੂਲ ਨੇ, ਕਾਲਜ ਨੇ, ਮਾਤਾ ਸਾਹਿਬ ਕੋਲ ਫ੍ਰੀ ਸਿਲਾਈ ਸੈਂਟਰ ਹੈ, ਬਿਰਧ ਆਸ਼ਰਮ ਹੈ। ਇਸ ਤਰ੍ਹਾਂ ਕਰਕੇ ਕਿੰਨੇ ਅਦਾਰੇ ਚੱਲ ਰਹੇ ਨੇ ਤੇ ਕਿੰਨੇ ਸਿੰਘ ਲੱਗੇ ਹੋਏ ਨੇ, ਡਿਊਟੀਆਂ ਲਾਈਆਂ ਹੋਈਆਂ ਸਾਰਿਆਂ ਦੀਆਂ ਪਿਆਰਿਓ। ਇਸ ਕਰਕੇ ਸਾਰੇ ਅਦਾਰੇ ਸਹੀ ਸਲਾਮ ਜਿਹੜੇ ਨੇ ਚੱਲਣ। ਦਾਸ ਦੇ ਪਿਤਾ ਜੀ ਨੇ ਇੱਕ ਬਚਨ ਕਰਿਆ ਕਰਦੇ, ਕਿਉਂਕਿ ਜੱਟ ਘਰਾਣੇ ਵਿੱਚ ਜਨਮ ਹੋਣ ਕਰਕੇ ਉਹ ਗੱਲ ਫਿਰ ਜੱਟ ਦੀ ਆ ਜਾਂਦੀ ਹੈ। ਵੈਸੇ ਤਾਂ ਸਿੱਖ ਦੀ ਕੋਈ ਜਾਤ ਗੋਤ ਨਹੀਂ। ਉਹਨਾਂ ਨੇ ਕਹਿਣਾ ਕਿ ਜੇ ਜੱਟ ਦੇ ਪੁੱਤਰ ਕੰਮ ਸੰਭਾਲ ਲੈਣ ਨਾ, ਤੇ ਨਾਲੇ ਤੇ ਘਰ ਵਿੱਚ ਸੁੱਖ ਹੁੰਦਾ ਤੇ ਨਾਲੇ ਲੋਕਾਂ ਦੀ ਸ਼ੋਭਾ ਹੁੰਦੀ ਹੈ ਵੀ ਵਾਹ ਭਾਈ ਉਹਦੇ ਪੁੱਤਰ ਨੇ। ਪਿਆਰਿਓ ਉਹ ਤੇ ਗੱਲ ਛੋਟੀ ਹੈ, ਜਿੰਨੇ ਸਿੰਘ ਨੇ ਤੇ ਸੰਗਤ ਹੈ ਤੁਹਾਡੇ ਵਿੱਚੋਂ ਹਰ ਇੱਕ ਨੇ ਮਹਾਂਪੁਰਸ਼ਾਂ ਨੂੰ ਦੇਖਣਾ, ਮਹਾਂਪੁਰਸ਼ਾਂ ਨੂੰ ਦੇਖਣਾ। ਇੱਕ ਸਿੰਘ ਗਿਆ ਇੱਧਰ ਹੁਸ਼ਿਆਰਪੁਰ ਵੱਲ, ਹੁਣ ਮੈਂ ਜਗ੍ਹਾ ਦਾ ਨਾਂ ਨਹੀਂ ਲੈਣਾ, ਉਹਨੇ ਜਾ ਕੇ ਦੱਸਿਆ ਕਿ ਮੈਂ ਰਤੌੜਾ ਸਾਡੇ ਮਹਾਂਪੁਰਸ਼ ਸੰਗਤ ਕੀਤੀ ਹੈ। ਤੇ ਉਹਨਾਂ ਸੰਤਾਂ ਨੇ ਕਿਹਾ ਠੰਡ ਦਾ ਟਾਈਮ ਸੀ, ਇਹਨੂੰ ਇੱਥੇ ਪਾ ਦਿਓ ਉੱਧਰ। ਉਹ ਕਹਿੰਦੇ ਉਹ ਜਿਹੜੀ ਰਜਾਈ ਸੀ ਨਾ, ਜਿਵੇਂ ਚੂਹਿਆਂ ਨੇ ਖਾਧੀ ਹੁੰਦੀ ਹੈ, ਤੇ ਕੁਛ ਨਹੀਂ। ਤੇ ਕਹਿੰਦੇ ਮੈਂ ਕਿਹਾ ਵੀ 7 ਬਚਨ ਸੀ। ਕੁਛ ਸਮਾਂ ਲੰਘਿਆ ਤੇ ਕਹਿੰਦੇ ਵੀ ਉਹ ਵੇਖੋ ਜਰਾ ਸਿੰਘ ਨੂੰ, ਕਿਉਂਕਿ ਆਮ ਜਦੋਂ ਦੂਜੇ ਨੂੰ ਉਸ ਕਮਰੇ 'ਚ ਕੰਨ ਅੱਖਾਂ ਲਾਲ ਕਰਦੇ ਤੁਸੀਂ ਸਮਝਦੇ ਅਸੀਂ ਸੰਤਾਂ ਦੇ ਸੇਵਕ ਹਾਂ, ਕਿਉਂਕਿ ਅਸੀਂ ਸੰਤਾਂ ਦੇ ਸੇਵਕ ਹਾਂ, ਸਾਨੂੰ ਤਾਂ ਬਸ ਕਹਿੰਦੇ ਉਹ ਚੰਗਾ ਭਲਾ। ਉਹ ਸੰਤ ਕਹਿੰਦੇ ਇਹਨੂੰ ਇੱਥੋਂ ਕੱਢੋ, ਵਧੀਆ ਕਮਰੇ 'ਚ ਲੈ ਕੇ ਜਾਓ। ਉਹ ਸਿੰਘ ਕਹਿੰਦਾ ਮੈਨੂੰ ਇੱਥੇ ਹੀ ਆਨੰਦ ਹੈ, ਆਹ ਰਜਾਈ ਕਦੇ ਨਹੀਂ ਮਿਲਦੀ ਹੈ, ਨਾ ਉਹਦੇ 'ਤੇ ਕੱਪੜਾ ਨਾ ਕੁਛ ਹੈ, ਰੂਮ ਇਕੱਠਾ ਕਿਤੇ ਹੋਇਆ ਕਰਿਆ, ਮੈਨੂੰ ਆਹ ਆਨੰਦ ਹੈ। ਉਹ ਕਹਿੰਦੇ ਥੱਲੇ ਪਾਣੀ ਹੈ, ਉੱਤੇ ਫਟੀ ਹੋਈ ਰਜਾਈ ਹੈ, ਕਰੀ ਹੈ। ਉਹ ਅਸੀਂ ਦੂਜਿਆਂ ਨੂੰ ਵੇਖਦੇ ਹਾਂ, ਜਦੋਂ ਕੋਈ ਆਉਂਦਾ ਸੰਤਾਂ ਦਾ ਸੇਵਕ ਕਹਿੰਦੇ ਉਹ ਕਮਰੇ 'ਚ ਜਾਂਦੇ ਰੌਲਾ ਪਾ ਦਿੰਦਾ ਅਗਲਾ ਹੈ। ਤੇ ਉਹ ਅਸੀਂ ਪੜ੍ਹਦੇ ਹਾਂ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਉਹ ਲੋਕਾਂ ਵਾਸਤੇ ਹੈ। ਕਹਿੰਦੇ ਉਹ ਹੱਥ ਜੋੜਨ ਤੇ ਉਸੇ ਕਹੇ ਮੈਨੂੰ ਇੱਥੇ, ਕਹਿੰਦੇ ਵਾਹ ਗੱਲ ਜਿਹੜੀ ਮੈਂ ਕਰਨੀ ਹੈ, ਕਹਿੰਦੇ ਹੈ ਰਤਵਾੜਾ ਸਾਹਿਬ ਮਹਾਂਪੁਰਸ਼ਾਂ ਦੀ ਸੰਗਤ ਕੀਤੀ ਹੈ, ਵਾਹ ਭਾਈ ਵਾਹ। ਅਸੀਂ ਜਿੱਥੇ ਤੁਸੀਂ ਸਾਰੇ ਖੜੇ ਆ ਨਾ, ਸਭ ਦੀਆਂ ਨਜ਼ਰਾਂ ਤੁਹਾਡੇ ਸਾਡੇ 'ਤੇ ਨੇ ਪਿਆਰਿਓ। ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ, ਅਸੀਂ ਕਿਹੜੇ ਮਹਾਂਪੁਰਸ਼ਾਂ ਦੀ ਸੰਗਤ ਕੀਤੀ ਹੈ। ਉਹਨਾਂ ਨੇ ਸਾਡਾ ਨਿਤਨੇਮ ਦੇਖਣਾ, ਸਾਡਾ ਅੰਮ੍ਰਿਤ ਵੇਲਾ ਦੇਖਣਾ, ਸਾਡਾ ਬੋਲ ਬਾਣੀ ਦੇਖਣੀ ਹੈ, ਸਾਡਾ ਚਾਲ ਚੱਲਣ ਦੇਖਣਾ ਉਹਨਾਂ ਨੇ ਪਿਆਰਿਓ। ਇਸ ਕਰਕੇ ਮੇਰੀ ਬੇਨਤੀ ਹੈ ਕਿ ਇਹ ਜਿੰਨੇ ਅਦਾਰੇ ਨੇ, ਚਾਹੇ ਲੰਗਰ ਚੱਲਦੇ ਆ, ਖੇਤੀ ਦਾ ਹੈ, ਹਸਪੀਟਲ ਹੈ, ਆਤਮ ਮਾਰਗ ਹੈ, ਹੋਰ ਸਕੂਲ ਨੇ, ਕਾਲਜ ਨੇ, ਸਭ ਦੀਆਂ ਡਿਊਟੀਆਂ ਲਾਈਆਂ ਹੋਈਆਂ, ਪਰ ਉੱਥੇ ਮੇਨ ਹੁੰਦੇ ਨੇ। ਇਸ ਕਰਕੇ ਮੇਰੀ ਇਹਨਾਂ ਦੋਹਾਂ ਵੀਰਾਂ ਨੂੰ ਬੇਨਤੀ ਹੈ ਕਿ ਤਗੜੇ ਹੋ ਕੇ ਇਹ ਤੁਸੀਂ ਭਾਈ ਸੰਭਾਲੋ। ਜਿੰਨਾ ਕੁ ਸਾਥ ਦਾਸ ਦਾ ਸਰੀਰ ਸਾਥ ਦੇਗਾ, ਦਾਸ ਭਾਈ ਉਹਨਾਂ ਨਾਲ ਹੈ। ਇਹ ਮੇਰੀ ਬੇਨਤੀ ਹੈ। ਸਾਰੇ ਰਲ ਮਿਲ ਕੇ ਇਹ ਸੰਸਥਾ ਜਿਹੜੀ ਚੱਲ ਰਹੀ ਹੈ, ਇਹਦੇ ਵਿੱਚ ਆਪਾਂ
ਸਵਾਸ ਆਪਣੇ ਸਫਲੇ ਕਰੀਏ। ਦਾਸ ਕੋਲੋਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਆਪ ਜੀ ਨੇ ਖਿਮਾ ਕਰਨਾ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ। ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ। ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਸਾਹਿਬ। ਧੰਨ ਆਹਾ ਧੰਨ ਹੈ ਗੁਰੂ ਅਮਰਦਾਸ ਸਾਹਿਬ। ਧੰਨ ਹੈ ਧੰਨ ਹੈ ਗੁਰੂ ਅਮਰਦਾਸ ਸਾਹਿਬ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ। ਧੰਨ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ। ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਦੇਵ ਸਾਹਿਬ। ਧੰਨ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਦੇਵ ਸਾਹਿਬ। ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਦੇਵ ਸਾਹਿਬ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ। ਧੰਨ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ। ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰ ਰਾਏ ਸਾਹਿਬ ਜੀ। ਧੰਨ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰ ਰਾਏ ਸਾਹਿਬ ਜੀ। ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰਿ ਰਾਏ ਸਾਹਿਬ ਜੀ। ਧੰਨ ਧੰਨ ਹੈ ਗੁਰੂ ਸ੍ਰੀ ਹਰਿਕ੍ਰਿਸ਼ਨ ਸਾਹਿਬ। ਧੰਨ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿਕ੍ਰਿਸ਼ਨ ਸਾਹਿਬ। ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿਕ੍ਰਿਸ਼ਨ ਸਾਹਿਬ। ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ। ਧੰਨ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ। ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ। ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ। ਧੰਨ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ। ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ। ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ। ਧੰਨ ਆਹਾ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ। ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ। ਧੰਨ ਹੈ ਤੇਰਾ ਪੰਥ ਖਾਲਸਾ। ਧੰਨ ਧੰਨ ਹੈ ਧੰਨ ਹੈ ਧੰਨ ਹੈ ਤੇਰਾ ਪੰਥ ਖਾਲਸਾ। ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਤੇਰਾ ਪੰਥ ਖਾਲਸਾ। ਧੰਨ ਧੰਨ ਹੈ ਤੇਰੀ ਸਾਧ ਸੰਗਤ ਜੀ। ਧੰਨ ਧੰਨ ਹੈ ਧੰਨ ਹੈ ਧੰਨ ਹੈ ਤੇਰੀ ਸਾਧ ਸੰਗਤ ਜੀ। ਧੰਨ ਧੰਨ ਹੈ ਧੰਨ ਹੈ ਧੰਨ ਹੈ ਤੇਰੀ ਸਾਧ ਸੰਗਤ ਜੀ। ਸਤਨਾਮ ਸ੍ਰੀ ਵਾਹਿਗੁਰੂ ਬੋਲ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ 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 ਬੋਲ। ਸਤਿਨਾਮ ਸ੍ਰੀ ਵਾਹਿਗੁਰੂ ਬੋਲ। ਵਾਹਿਗੁਰੂ 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 ਬੋਲ। ਵਾਹਿਗੁਰੂ ਬੋਲ ਪ੍ਰਦੇਨਾ। ਵਾਹਿਗੁਰੂ ਬੋਲ ਪ੍ਰਦੇਨਾ। ਡੋਲ
ਮੇਰਾ ਮੋਹ